ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਮੇਰੇ ਨਾਲ ਨੇ ਮੈਡਮ ਹਰਮਨ ਥਿੰਦ ਜੀ। ਪਰ ਬੀਬਾ ਜੀ ਦੇ ਵੱਲ ਜਾਣ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਮੌਸਮ ਦੀ ਹਾਲ ਬਿਆਨੀ ਕਰ ਦਈਏ। ਅੱਜ ਪਾਪਾ ਟੋਏ ਦੇ ਵਿੱਚ ਆਕਲੈਂਡ ਦੇ ਵਿੱਚ ਸਵੇਰ ਦੇ ਵੇਲੇ ਮੀਂਹ ਪੈਣਾ ਮਾੜਾ ਮਾੜਾ ਸ਼ੁਰੂ ਹੋਇਆ, ਪਰ ਉਸ ਤੋਂ ਬਾਅਦ ਉਹ ਰੁਕ ਗਿਆ। ਉਹ ਬਾਹਲਾ ਪਿਆਰ ਨਹੀਂ। ਜਦੋਂ ਤੱਕ ਅਸੀਂ ਇਹ ਖਬਰਾਂ ਸਾਂਝੀਆਂ ਕਰਦੇ ਹਾਂ ਉਦੋਂ ਤੱਕ ਧੁੱਪ ਨਿਕਲੀ ਹੈ ਤੇ ਮੌਸਮ ਵਿਭਾਗ ਆ ਜਿਹੜਾ ਪੰਜਾਬ ਦਾ ਉਹ ਇਹ ਗੱਲ ਕਹਿੰਦਾ ਵੀ ਤਪਸ਼ ਘਟ ਗਈ ਹੈ। ਕਈ ਥਾਵਾਂ ਦੇ ਉੱਤੇ ਮੀਂਹ ਪੈ ਗਿਆ ਤੇ ਹਾਲੇ 24 ਘੰਟਿਆਂ ਦੇ ਵਿੱਚ ਹੋਰ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈਗੀ ਆ। ਤੇ ਹੁਣ ਤੁਸੀਂ ਦੱਸੋ ਹਰਮਨ ਜੀ, ਕਿਵੇਂ ਹੋ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ? ਬਿਲਕੁਲ ਠੀਕ ਠਾਕ ਆ ਸਰ, ਮੈਂ ਵੀ। ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਪ੍ਰਾਈਮ ਮਿਨਿਸਟਰ ਟੀਵੀ ਤੇ ਮੇਰੇ ਵੱਲੋਂ ਹੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਇੱਕ ਖੁਸ਼ਖਬਰੀ ਤੁਹਾਨੂੰ ਮੈਂ ਦੇ ਦਿਆਂ। ਅੱਛਾ, ਦੱਸੋ ਜੀ। ਕੀ ਹੋਇਆ? ਇੰਨੀ ਹੈਰਾਨੀ ਨਾਲ ਕਿਉਂ ਵੇਖ ਰਹੇ ਸੀ? ਮੈਂ ਕਿਹਾ ਦੁਹਰਾਇਆ ਗਿਆ ਸਾਰਾ ਕੁਝ। ਟਹਿਣਾ ਸਾਹਿਬ, ਮੈਂ ਵੀ ਸਾਰਿਆਂ ਦਾ ਸਵਾਗਤ ਕੀਤਾ ਸੀ, ਤੁਸੀਂ ਵੀ ਕਰਤਾ। ਜਦੋਂ ਮੈਂ ਤੁਹਾਡਾ ਕਰ ਦਿੱਤਾ ਸੀ ਉਸ ਤੋਂ ਬਾਅਦ ਕੋਈ ਏਡੀ ਗੱਲ ਰਹਿ ਨਹੀਂ ਸੀ ਗਈ। ਨਹੀਂ, ਮੈਨੂੰ ਅਧੂਰਾ ਲੱਗ ਰਿਹਾ ਸੀ ਕਿ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਤੇ ਸਵਾਗਤ ਚਲੋ ਹੁਣ ਤੁਸੀਂ ਮੁੱਖ ਮੁੱਦੇ ਤੇ ਆਓ, ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦੀ ਆ ਕਿ 17-18 ਦਿਨ ਹੋ ਗਏ ਨਿਊਜ਼ੀਲੈਂਡ ਦੇ ਵਿੱਚ ਕੋਈ ਵੀ ਕਰੋਨਾ ਦਾ ਕੇਸ ਜਿਹੜਾ ਉਹ ਇਹ ਸਾਹਮਣੇ ਬੜੀ ਨਹੀਂ ਖੁਸ਼ੀ ਦੀ ਆਇਆ। ਗੱਲ ਹੈ, ਬੜੀ ਤਸੱਲੀ ਦੀ ਗੱਲ ਹੈਗੀ ਜੀ। ਤੇ ਇੱਥੋਂ ਦੀ ਸਰਕਾਰ ਨੇ ਬਾਖੂਬੀ ਕੰਮ ਕਰਕੇ ਦਿਖਾਇਆ ਔਰ ਲੋਕਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ ਉਸ ਕੰਮ ਨੂੰ। ਲੋਕਾਂ ਦੇ ਸਾਥ ਦੇ ਨਾਲ ਹੀ ਇਹ ਸਾਰਾ ਕੁਝ ਸੰਭਵ ਹੋ ਸਕਿਆ। ਸੋ ਇੱਥੇ ਹੁਣ ਕਹਿੰਦੇ ਵੀ ਜਲਦੀ ਲੈਵਲ 1 ਵੱਲ ਨੂੰ ਵਧਣ ਨੂੰ ਤਿਆਰ ਹੋ ਜਾਣਾ ਨਿਊਜ਼ੀਲੈਂਡ ਨੇ। ਸ਼ਾਇਦ ਜਦੋਂ ਤੱਕ ਇਹ ਪ੍ਰੋਗਰਾਮ ਲੋਕਾਂ ਦੀ ਕਚਹਿਰੀ ਦੇ ਵਿੱਚ ਪਹੁੰਚੇ ਉਦੋਂ ਤੱਕ ਲੈਵਲ 1 ਹੋ ਵੀ ਚੁੱਕਾ। ਕੋਈ ਪਤਾ ਨਹੀਂ ਹਰਮਨ ਜੀ, ਇਹ ਸਰਕਾਰ ਦੀ ਮਰਜ਼ੀ ਆ ਵੀ ਚਲੋ ਕਿਹੜੇ ਪੱਧਰ ਦੇ ਉੱਤੇ ਰੱਖਦੀ ਹੈ ਕਿਹੜੇ ਤੇ ਨਹੀਂ। ਪਰ ਜਦੋਂ ਲੋਕਾਂ ਨੂੰ ਅਸੀਂ ਦੇਖਦੇ ਹਾਂ, ਪੂਰੀ ਚਹਿਲ ਕਦਮੀ ਦੇਖਦੇ ਹਾਂ, ਲੋਕਾਂ ਨੂੰ ਅਸੀਂ ਦੇਖਦੇ ਹਾਂ ਵੀ ਭਾਈ ਉਧਰ ਵੀ ਪੂਰੇ ਫਿਰਦੇ ਆ ਇੱਧਰ ਵੀ, ਪਰ ਲੋਕਾਂ ਨੇ ਜਿਸ ਤਰੀਕੇ ਨਾਲ ਜਜ਼ਬਾ ਪੇਸ਼ ਕੀਤਾ ਨਾ ਨਿਊਜ਼ੀਲੈਂਡ ਦੇ ਵਿੱਚ, ਉਹ ਸੱਚੀ ਮੁੱਚੀ ਬਲਹਾਰੇ ਜਾਣ ਨੂੰ ਜੀ ਕਰਦਾ। ਪਰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਭਾਰਤ ਦੇ ਸੰਦਰਭ ਦੇ ਵਿੱਚ ਜੀ ਕਿ ਉੱਥੇ ਢਿੱਲ ਸਰਕਾਰ ਨੇ ਦਿੱਤੀ ਆ, ਕਰੋਨਾ ਨੇ ਨਹੀਂ। ਇਸ ਕਰਕੇ ਭਾਈ ਜ਼ਾਬਤੇ ਦੇ ਵਿੱਚ ਰਹੋ, ਤੁਸੀਂ ਹਦਾਇਤਾਂ ਦਾ ਪਾਲਣ ਕਰੋ, ਕਿਉਂਕਿ ਬਹੁਤੀ ਵਾਰ ਭਾਰਤ ਸੈਮੀਫਾਈਨਲ ਦੇ ਵਿੱਚ ਹਾਰਦਾ ਹੁੰਦਾ। ਬਿਲਕੁਲ ਸਹੀ ਗੱਲ ਹੈ। ਔਰ ਤੁਸੀਂ ਇਹ ਵੇਖੋ ਕਿ ਇਸ ਗੱਲ ਦੀ ਸ਼ੁਰੂਆਤ ਵੀ ਮੈਂ ਇਸੇ ਲਈ ਕੀਤੀ ਹੈ ਕਿ ਆਪਾਂ ਇਹ ਦੇਖੋ, ਦੋਵਾਂ ਦਾ ਰਲ ਕੇ ਚੱਲਣਾ ਇਹ ਬਹੁਤ ਮਾਇਨੇ ਰੱਖਦਾ ਹੈ। ਸਰਕਾਰਾਂ ਤੇ ਲੋਕਾਂ ਦਾ ਰਲ ਕੇ ਚੱਲਣਾ ਬਹੁਤ ਮਾਇਨੇ ਰੱਖਦਾ ਹੈ। ਮੈਂ ਇਹ ਮੰਨਦੀ ਹਾਂ ਕਿ ਨਿਊਜ਼ੀਲੈਂਡ ਦੇ ਮੁਕਾਬਲੇ ਭਾਰਤ ਦੇ ਵਿੱਚ ਲੋਕਾਂ ਦੇ ਦਰਪੇਸ਼ ਜਿਹੜੀਆਂ ਚੁਣੌਤੀਆਂ ਨੇ ਉਹ ਜ਼ਿਆਦਾ ਨੇ। ਲੋਕ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਦੇ ਨੇ ਹਰ ਰੋਜ਼, ਪਰ ਫਿਰ ਵੀ ਜਾਨ ਹੈ ਤਾਂ ਜਹਾਨ ਹੈ, ਮੈਨੂੰ ਇਹ ਲੱਗਦਾ ਹੈ। ਇਸ ਲਈ ਜੋ ਸਰਕਾਰਾਂ ਹਦਾਇਤਾਂ ਦਿੰਦੀਆਂ ਨੇ ਜਾਂ ਨਹੀਂ ਵੀ ਦਿੰਦੀਆਂ, ਤੇ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਮਾਸਕ ਪਹਿਨ ਕੇ ਰੱਖੀਏ, ਅਸੀਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੀਏ, ਬਿਨਾਂ ਲੋੜ ਤੋਂ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਜਾਈਏ ਤੇ ਇਕੱਠਾਂ ਦੇ ਵਿੱਚ ਜਾਣਾ ਬੰਦ ਕਰੀਏ। ਚਾਹੇ ਇਹ ਕਿਹਾ ਜਾ ਰਿਹਾ ਹੈ ਕਿ ਜੂਨ 8 ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੇ ਰਿਆਇਤਾਂ ਮਿਲ ਗਈਆਂ ਹਨਾ, ਬਹੁਤ ਥਾਵਾਂ ਜਿਹੜੀਆਂ ਉਹ ਖੁੱਲ ਜਾਣਗੀਆਂ, ਪਰ ਚੱਕਰ ਉਹੀ ਹੈ ਕਿ ਜੇਕਰ ਉਹ ਥਾਵਾਂ ਖੁੱਲ ਗਈਆਂ ਨੇ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਰਲ ਕਰਦੇ ਘਰੋਂ ਬਾਹਰ ਨੂੰ ਨਿਕਲੀਏ। ਅਸੀਂ ਇਹ ਵੇਖੀਏ ਵੀ ਲੈ ਵੀ ਰਿਆਇਤ ਮਿਲ ਗਈ ਤਾਂ ਅਸੀਂ ਚੱਲੀਏ ਹੁਣ ਬਾਹਰ ਨੂੰ, ਗੇੜੀ ਲਾ ਕੇ ਆਉਨੇ, ਅਸੀਂ ਦੇਖਦੇ ਹਾਂ ਕੀ ਚੱਲ ਰਿਹਾ। ਸਿਹਤ ਸਾਰਾ ਕੁਝ ਹੈ। ਉਹਨਾਂ ਨੇ ਇਸ ਲਈ ਇਹ ਰਿਆਇਤਾਂ ਦਿੱਤੀਆਂ ਕਿ ਸਾਡੀ ਜਿਹੜੀ ਅਰਥ ਵਿਵਸਥਾ ਹੈ ਉਹ ਡਾਵਾਡੋਲ ਹੋ ਗਈ ਆ, ਬਹੁਤ ਹੇਠਾਂ ਚਲੀ ਗਈ ਹੈ ਤੇ ਉਹਨੂੰ ਥੋੜਾ ਜਿਹਾ ਹੁਲਾਰਾ ਮਿਲ ਸਕੇ ਇਸ ਲਈ, ਹਨਾ। ਪਰ ਇਹਦਾ ਮਤਲਬ ਇਹ ਨਹੀਂ ਵੀ ਸਾਡੀ ਸਿਹਤ ਦੇ ਨਾਲ ਵੀ ਅਸੀਂ ਖਿਲਵਾੜ ਕਰੀਏ। ਹੁਣ ਤੁਸੀਂ ਆਓ ਵੀ ਚੱਜ ਦੇ ਵਿਚਾਰ ਤੇ। ਜੀ, ਚੱਜ ਦਾ ਵਿਚਾਰ ਇਹੀ ਸੀ ਮੇਰਾ ਟਹਿਣਾ ਸਾਹਿਬ, ਜਿਹੜਾ ਮੈਂ ਸਾਂਝਾ ਕਰ ਲਿਆ। ਵਿਚਾਰ ਵੀ ਸੀ ਜੀ ਵੀ ਭਾਈ ਹਦਾਇਤਾਂ ਦਾ ਪਾਲਣ ਕਰੋ, ਬਿਲਕੁਲ, ਤੇ ਤੁਸੀਂ ਬਾਹਰ ਲੋੜ ਮੁਤਾਬਕ ਹੀ ਜਾਓ। ਜੀ, ਵੀ ਅਸੀਂ ਕੱਲਾ ਸਰਕਾਰਾਂ ਨੂੰ ਦੋਸ਼ੀ ਕਿਸੇ ਇੱਕ ਗੱਲ ਦੇ ਲਈ ਨਹੀਂ ਠਹਿਰਾ ਸਕਦੇ। ਕਿਤੇ ਨਾ ਕਿਤੇ ਕਸੂਰ ਸਾਡਾ ਵੀ ਹੈ ਤੇ ਸਰਕਾਰਾਂ ਦਾ ਤਾਂ ਹੈ ਹੀ ਹੈ। ਸੋ ਸਾਨੂੰ ਦੋਵਾਂ ਨੂੰ ਰਲ ਮਿਲ ਕੇ ਚੱਲਣਾ ਪਊਗਾ, ਤਾਂ ਹੀ ਵਿਕਾਸ ਹੋਊਗਾ। ਨਹੀਂ ਤਾਂ ਗੱਲਾਂ ਅਸੀਂ ਜਿੰਨੀਆਂ ਮਰਜ਼ੀ ਕਰ ਲਈਏ, ਚਾਹੇ ਕੋਈ ਵੀ ਕਰ ਲਵੇ, ਗੱਲਾਂ ਦੇ ਕੜਾਹ ਕਦੇ ਨਹੀਂ ਪੱਕਦੇ ਹੁੰਦੇ। ਚਲੋ ਇਹ ਵੀ ਗੱਲ ਮੰਨ ਲਈ ਵੀ ਗੱਲਾਂ ਦੇ ਕੜਾਹ ਨਹੀਂ ਪੱਕਦੇ ਹੁੰਦੇ। ਅੱਜ ਤੁਸੀਂ ਬਹੁਤ ਬੋਲੀ ਜਾਂਦੇ ਆ, ਪਰ ਨਾ ਸੋਨੂ ਸੂਦ ਦੇ ਮੁਤਲਕ ਇੱਕ ਖਬਰ ਆਈ ਆ ਜੀ। ਸੋਨੂ ਸੂਦ ਨੇ ਕਿੰਨਾ ਚੰਗਾ ਕੰਮ ਕੀਤਾ ਆਪਾਂ ਸਾਰੇ ਜਾਣਦੇ ਆ, ਹਾਲੇ ਵੀ ਉਹ ਕੰਮ ਕਰ ਰਿਹਾ। ਇਹਦੇ ਬਾਬਤ ਵੀ ਬਹੁਤ ਗਿਣਤੀ ਸਾਡੇ ਦਰਸ਼ਕ ਜਾਣਦੇ ਆ ਜੀ। ਪਰ ਸੋਨੂ ਸੂਦ ਨੂੰ ਵੀ ਗੱਲਾਂ ਦੇ ਕੜਾਹ ਵਾਲਿਆਂ ਨੇ ਆਪਣੇ ਲਪੇਟੇ 'ਚ ਲੈ ਲਿਆ। ਕਿਵੇਂ? ਕਹਿੰਦੇ ਵੀ ਇਹ ਬੰਦਾ ਤਾਂ ਭਾਜਪਾ ਹੀ ਹੋ ਗਿਆ, ਇਹ ਬੰਦਾ ਤਾਂ ਮਹਾਤਮਾ ਬਣਨ ਨੂੰ ਫਿਰਦਾ। ਇਸ ਤੋਂ ਪਹਿਲਾਂ ਵੀ ਬੜੇ ਲੋਕਾਂ ਨੇ ਸਮਾਜ ਸੇਵਾ ਕੀਤੀ ਹੈ, ਨਵਾਂ ਹੀ ਉੱਠਿਆ। ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਦੇ ਵਿੱਚ, ਆਪਣੇ ਅਖਬਾਰ ਸਾਹਮਣਾ ਦੇ ਵਿੱਚ ਗੱਲ ਲਿਖੀ ਹੈ। ਅੱਛਾ ਜੀ। ਤੇ ਇਹ ਲੇਖ ਲਿਖਿਆ ਹੈਗਾ ਸ਼ਿਵ ਸੈਨਾ ਦੇ ਨੇਤਾ ਜਿਹੜੇ ਕਿ ਸੰਸਦ ਮੈਂਬਰ ਆ ਸੰਜੇ ਰਾਉਤ ਹੋਰਾਂ ਨੇ ਜੀ। ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਜੇ ਤਾਂ ਕੋਈ ਬੰਦਾ ਹਰਮਨ ਜੀ ਭਾਰਤ ਦੇ ਵਿੱਚ ਕੰਮ ਕਰੇ ਉਹ ਵੀ ਮਾੜਾ, ਨਹੀਂ ਕਰਦਾ ਉਹ ਵੀ ਮਾੜਾ। ਆਪਣਾ ਹੋਰ ਕੀ ਕੰਮ ਆ? ਆਪਾਂ ਸਿਰਫ ਲੱਤ ਲਾਉਣੀ ਆ, ਆਪਾਂ ਬੰਦੇ ਦਾ ਪੈਰ ਵੱਢਣਾ ਵੀ ਭਾਈ ਤੂੰ ਐ ਨਹੀਂ ਕੀਤਾ, ਤੂੰ ਐ ਨਹੀਂ ਕੀਤਾ, ਤੂੰ ਐ ਕਰ, ਤੂੰ ਐ ਕਰ। ਪਰ ਅਸਲ ਦੇ ਵਿੱਚ ਇਹ ਨਹੀਂ ਸੋਚਦੇ ਕਿ ਅਸੀਂ ਨਿੱਜੀ ਤੌਰ ਦੇ ਉੱਤੇ ਕੀ ਕੀਤਾ। ਸੋਨੂ ਸੂਦ ਨੇ, ਉਹਦੇ ਟੱਬਰ ਦੇ ਜੀਆਂ ਨੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਤੋਂ ਦੂਜੀ ਥਾਂ ਤੱਕ ਪਹੁੰਚਾਤਾ, ਜਿੰਨੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਲਈ ਦਵਾਈ ਬੂਟੀ ਦਾ ਪ੍ਰਬੰਧ ਕਰਤਾ, ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਤੇ ਚਰਚਾ ਹੋਈ ਹੈ। ਪਰ ਇਸ ਚਰਚਾ ਦੇ ਕਰਕੇ ਸ਼ਿਵ ਸੈਨਾ ਦੀ ਵੱਖੀ 'ਚ ਪੀੜ ਹੋਣ ਲੱਗ ਪਈ। ਜੀ ਹੋਣੀ ਸੀ ਟਹਿਣਾ ਸਾਹਿਬ, ਹਾਲੇ ਤਾਂ ਸ਼ਿਵ ਸੈਨਾ ਦੀ 'ਚ ਹੋਈ ਹੈ।
ਹੌਲੀ ਹੌਲੀ ਤੁਸੀਂ ਵੇਖਿਓ ਹਰੇਕ ਸਿਆਸੀ ਧਿਰ ਹਰੇਕ ਸਿਆਸੀ ਪਾਰਟੀ ਦੀ ਵੱਖੀ 'ਚ ਦਰਦ ਹੋਣੀ ਹੈ, ਕਿਉਂਕਿ ਉਹਨਾਂ ਨੂੰ ਹੁਣ ਇਹ ਲੱਗਣ ਲੱਗ ਗਿਆ ਹੋਣਾ ਨਾ ਵੀ ਲੈ ਵੀ ਇਹ ਤਾਂ ਵਾਹ ਬਈ ਬਹੁਤ ਖੱਟ ਲਈ, ਕੱਲ ਨੂੰ ਜੇ ਕਿਤੇ ਇਹਨੇ ਐਲਾਨ ਕਰਤਾ ਵੀ ਮੈਂ ਕਿਸੇ ਪਾਰਟੀ ਦੇ ਵਿੱਚ ਜਾ ਰਿਹਾ ਜਾਂ ਮੈਂ ਕਿਤੋਂ ਚੋਣ ਲੜਨ ਬਾਰੇ ਸੋਚ ਰਿਹਾ ਤਾਂ ਲੋਕ ਤਾਂ ਇਹਦੇ ਹੱਕ 'ਚ ਭੁਗਤ ਜਾਣਗੇ। ਤੇ ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਹੀ ਉਹ ਪੱਧਰ ਜਿਹੜਾ ਤਿਆਰ ਕਰ ਦਿੱਤਾ ਜਾਵੇ। ਨਹੀਂ ਕਹਿ ਵੀ ਦਿੱਤਾ ਉਹਨਾਂ ਨੇ, ਜੀ ਉਹ ਕਹਿੰਦੇ ਜੀ ਅਸਲ ਦੇ ਵਿੱਚ ਭਾਜਪਾ ਸਾਰਾ ਕੁਝ ਕਰ ਰਹੀ ਹੈ। ਭਾਜਪਾ ਨੇ ਸੋਨੂ ਸੂਦ ਨੂੰ ਮੂਹਰੇ ਕੀਤਾ, ਮਹਾਰਾਸ਼ਟਰ ਦੇ ਵਿੱਚ ਨਾਇਕੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸ਼ਾਇਦ ਹੁਣ ਸ਼ਿਵ ਸੈਨਾ ਨੂੰ ਵੀ ਠੀਕ ਜੇ ਲੱਗਣ ਲੱਗ ਪਏ, ਕਿਉਂਕਿ ਜਾ ਕੇ ਨਾ ਸੋਨੂ ਸੂਦ ਆ ਜਿਹੜਾ ਉਹ ਉਧਵ ਠਾਕਰੇ ਨੂੰ ਮਿਲਿਆ ਆ ਤੇ ਉਹਨਾਂ ਦੇ ਮੁੰਡੇ ਨੂੰ ਵੀ ਮਿਲਿਆ ਆ। ਮੈਨੂੰ ਲੱਗਦਾ ਵੀ ਹੁਣ ਸਭ ਕੁਝ ਠੀਕ ਹੋ ਜਾਣਾ, ਪਰ ਗੱਲ ਅਸਲ ਦੇ ਵਿੱਚ ਇਹ ਆ ਭਾਈ ਵੀ ਕੰਮ ਕਰਨ ਦਿਓ, ਜੇ ਕੋਈ ਕੰਮ ਕਰਦਾ ਤਾਂ ਉਹਨੂੰ ਕਰ ਲੈਣ ਦਿਓ, ਹਰ ਥਾਂ ਦੇ ਉੱਤੇ ਟੁੱਚਰ ਨਾ ਡਾਇਆ ਕਰੋ। ਮੇਰੀ ਸਾਡੇ ਪੰਜਾਬੀਆਂ ਨੂੰ ਵੀ ਬੇਨਤੀ ਹੈ ਤੇ ਪੂਰੇ ਭਾਰਤ ਵਾਸੀਆਂ ਨੂੰ ਵੀ ਜੇ ਤਾਂ ਕੋਈ ਕੰਮ ਕਰਦਾ ਆਪਾਂ ਕਹਿੰਦੇ ਇਹਨੇ ਤਾਂ ਬਸ ਨਾ ਨੰਬਰ ਬਣਾਉਣੇ ਆ, ਇਹ ਤਾਂ ਨਾ ਬਸ ਸਿਰਫ ਤੇ ਸਿਰਫ ਲੰਬੜਦਾਰੀ ਚਾਹੁੰਦਾ, ਇਹਨੇ ਚੋਣਾਂ 'ਚ ਖੜਨਾ ਨਾ, ਇਹ ਬਸ ਨਾ ਜਾਣ ਬੁੱਝ ਕੇ ਕਰ ਰਿਹਾ ਵੀ ਆਪਦੇ ਬਸ ਨਾ ਆਪਣੇ ਆਪ ਨੂੰ ਉਭਾਰਨ ਜਿਹਦੇ ਲਈ, ਜੇ ਨਹੀਂ ਕਰਦਾ ਇਹਨੇ ਸਵਾਹ ਕਰਨਾ, ਇਹ ਕਾਸੇ ਜੋਗਾ ਨੀਗਾ, ਇਹ ਤਾਂ ਬਸ ਢਿੱਡ ਤੇ ਹੱਥ ਫੇਰਦਾ ਸੌ ਜਾਂਦਾ ਜੀ ਵੀ ਆਪਾਂ ਕਿਸੇ ਪਾਸੇ ਛੱਡ ਦਈਏ ਬੰਦੇ ਨੂੰ। ਜੀ ਪਰ ਟੈਣਾ ਸਾਹਿਬ ਵੈਸੇ ਆਪਾਂ ਇੱਕ ਗੱਲ ਕਰਕੇ ਵੇਖਦੇ ਆਂ ਵੀ ਜੇਕਰ ਉਹਨੇ ਚੋਣਾਂ ਲੜਨੀਆਂ ਵੀ ਹੋਣ, ਜੇ ਕਿਸੇ ਸਿਆਸੀ ਪਾਰਟੀ 'ਚ ਜਾਣਾ ਵੀ ਹੋਵੇ ਤਾਂ ਵੀ ਕੀ ਫਰਕ ਪੈਂਦਾ, ਕੰਮ ਤਾਂ ਕਰ ਰਿਹਾ ਨਾ ਘੱਟੋ ਘੱਟ ਬੰਦਾ, ਲੋਕਾਂ ਦਾ ਭਲਾ ਤਾਂ ਕਰ ਰਿਹਾ ਨਾ, ਘੱਟੋ ਘੱਟ ਕਿਸੇ ਦੇ ਕੰਮ ਤਾਂ ਆ ਰਿਹਾ ਨਾ, ਚਾਹੇ ਸਿਆਸੀ ਪਾਰਟੀ 'ਚ ਚਲਾ ਜਾਵੇ, ਵੋਟਾਂ 'ਚ ਖੜ ਜਾਵੇ, ਪਰ ਲੋਕਾਂ ਦਾ ਕੰਮ ਹੋਣਾ ਬਹੁਤ ਜ਼ਰੂਰੀ ਹੈ ਨਾ, ਤੇ ਉਹ ਕੰਮ ਹੋ ਰਿਹਾ, ਇਹਦੇ ਲਈ ਸੋਨੂ ਸੂਦ ਸ਼ਾਬਾਸ਼ੀ ਦਾ ਹੱਕਦਾਰ ਹੈ। ਇਸ ਤੋਂ ਬਾਅਦ ਅੱਗੇ ਜੇ ਆਪਾਂ ਵਧੀਆ, ਵੈਸੇ ਮੈਂ ਚਾਹੁੰਦੀ ਸੀ ਕਿ ਇੱਕ ਵਾਰ ਆਪਾਂ ਭਾਰਤ ਦੇ ਵਿੱਚ ਜਿਹੜੇ ਕਰੋਨਾ ਦੇ ਕੇਸਿਸ ਵੱਧ ਰਹੇ ਨੇ ਉਹਦੀ ਵੀ ਚਰਚਾ ਕਰ ਲਈਏ। ਦੇਖੋ ਸੰਖੇਪ ਦੇ ਵਿੱਚ ਗੱਲ ਇਹ ਦੱਸ ਦਿੰਦਾ ਮੈਂ ਵੀ ਭਾਰਤ ਆ ਜਿਹੜਾ ਉਹ 11ਵੇਂ ਤੋਂ 5ਵੇਂ ਨੰਬਰ ਦੇ ਉੱਤੇ ਪਹੁੰਚ ਗਿਆ ਜੀ। ਭਾਰਤ 7ਵੇਂ ਨੰਬਰ ਦੇ ਉੱਤੇ ਸੀ ਕੋਈ ਦਿਨ ਪਹਿਲਾਂ, ਤੇ ਇਟਲੀ ਸੀਗਾ 6ਵੇਂ ਨੰਬਰ ਦੇ ਉੱਤੇ। ਭਾਰਤ ਨੇ ਮਾਰਿਆ ਛੜੱਪਾ, ਆਪ 6ਵੇਂ ਤੇ ਆ ਗਿਆ, ਇਟਲੀ ਨੂੰ 7ਵੇਂ ਤੇ ਕਰਤਾ। ਹੁਣ ਭਾਰਤ ਛੜੱਪਾ ਮਾਰ ਕੇ 5ਵੇਂ ਤੇ ਪਹੁੰਚ ਗਿਆ ਤੇ ਸਪੇਨ ਨੂੰ 6ਵੇਂ ਤੇ ਕਰਤਾ। ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਕਰੋਨਾ ਦਾ ਕਹਿਰ ਵੱਧ ਰਿਹਾ ਤੇ ਉਹ ਵੀ ਉਸ ਵਕਤ ਜਦੋਂ ਅਸੀਂ ਕਹਿੰਦੇ ਵੀ ਤਾਲਾਬੰਦੀ ਦੇ ਨਾਲ ਸੁਧਾਰ ਬਹੁਤ ਹੋ ਗਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਦੁੱਖ ਵਾਲਾ, ਬਹੁਤ ਹੈਰਾਨ ਹੋਣ ਵਾਲਾ ਤੇ ਬਹੁਤ ਸੋਚਣ ਤੇ ਸਮਝਣ ਵਾਲਾ ਅੰਕੜਾ, ਕਿਉਂਕਿ ਇਹ ਬਿਮਾਰੀ ਸਾਡੇ ਘਰ ਤੱਕ ਵੀ ਪਹੁੰਚਣੀ ਵਾਲੀ ਆ, ਅਸੀਂ ਇਹ ਮੰਨ ਕੇ ਚੱਲ ਗਏ ਜੀ। ਭਾਰਤ ਦੇ ਵਿੱਚ ਲੋਕ ਮੰਨਦੇ ਨਹੀਂ ਜੀ, ਨਹੀਂ ਮੰਨਦੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਸਰਕਾਰਾਂ ਦੀਆਂ ਫਲਾਈਆਂ ਹੋਈਆਂ ਸ਼ਾਇਦ ਅਫਵਾਹਾਂ ਨੇ, ਕਰੋਨਾ ਕੁਛ ਨਹੀਂ ਹੈਗਾ, ਸਾਡਾ ਕਰੋਨਾ ਕੁਝ ਨਹੀਂ ਵਿਗਾੜ ਸਕਦਾ, ਅਸੀਂ ਫਲਾਣੇ ਬਾਬੇ ਕੋਲ ਜਾਂਦੇ ਆ, ਅਸੀਂ ਫਲਾਣੇ ਬੂਬੜੇ ਕੋਲ ਜਾਂਦੇ ਆ, ਅਸੀਂ ਫਲਾਣੇ ਧਰਮ ਨੂੰ ਮੰਨਦੇ ਆ, ਸਾਡਾ ਕਰੋਨਾ ਕੁਛ ਨਹੀਂ ਵਿਗਾੜ ਸਕਦਾ। ਪਰ ਉਹਨਾਂ ਲੋਕਾਂ ਨੂੰ ਇਹ ਸਮਝਣਾ ਪਊਗਾ ਵੀ ਕਰੋਨਾ ਅੱਗੇ ਕੋਈ ਧਰਮ ਨਹੀਂ, ਕੋਈ ਬਾਬਾ ਨਹੀਂ, ਕੋਈ ਬੂਬੜਾ ਨਹੀਂ, ਕੁਛ ਨਹੀਂ ਹੈਗਾ। ਕਰੋਨਾ ਇੱਕ ਬਿਮਾਰੀ ਹੈ, ਇੱਕ ਵਾਇਰਸ ਹੈ ਜਿਹਦੇ ਤੋਂ ਹਰੇਕ ਨੂੰ ਬਚਣ ਦੀ ਲੋੜ ਹੈ। ਔਰ ਪਿਛਲੇ 24 ਘੰਟਿਆਂ ਦੇ ਵਿੱਚ 9900 ਤੋਂ ਵੱਧ ਕੇਸਿਸ ਸਾਹਮਣੇ ਆ ਚੁੱਕੇ ਨੇ। ਸੋ ਜੇ ਇਸੇ ਤਰੀਕੇ ਦੇ ਨਾਲ ਵੱਧਦੀ ਰਹੀ ਗਿਣਤੀ ਤਾਂ ਬਹੁਤ ਵੱਡਾ ਭਿਆਨਕ ਰੂਪ ਇਹ ਬਿਮਾਰੀ ਹੋਰ ਜ਼ਿਆਦਾ ਵੱਡਾ ਧਾਰੇਗੀ ਜੀ। ਰਾਣਾ ਸਾਹਿਬ ਜੀ, ਮੈਂ ਪਹਿਲੀ ਕਹਿ ਲਓ ਕਿਸ਼ਤ ਦੇ ਵਿੱਚ, ਸ਼ੁਰੂਆਤ ਦੇ ਵਿੱਚ ਵਕਫੇ ਤੋਂ ਪਹਿਲਾਂ ਤੁਸੀਂ ਇੰਨਾ ਬੋਲੇ ਹੋ, ਇੰਨੀਆਂ ਕਿ ਰਾਜਨੀਤਿਕ ਗੱਲਾਂ ਕੀਤੀਆਂ ਵੀ ਮੈਂ ਹੈਰਾਨ ਹੋ ਗਿਆ। ਮੈਂ ਤਾਂ ਅੱਜ ਇਹ ਸੋਚੀ ਜਾਂਦਾ ਸੀ ਨਾਲ ਨਾਲ, ਮੈਂ ਕਿਹਾ ਚਲੋ ਅੱਜ ਮੈਂ ਟੋਕਦਾ ਨਹੀਂਗਾ, ਅੱਜ ਇਉਂ ਲੱਗਾ ਵੀ ਜਿਵੇਂ ਤੁਸੀਂ ਖਬਰ ਦੀ ਖਬਰ ਪੇਸ਼ ਕਰਦੇ ਹੁੰਦੇ ਹੋ। ਮਤਲਬ ਮੈਂ ਵੀ ਖਬਰ ਦੀ ਖਬਰ ਕਰ ਸਕਦੀ ਹਾਂ, ਤੁਸੀਂ ਕਰਿਆ ਕਰੋ ਕਦੇ ਕਦਾਈ, ਮੈਨੂੰ ਇਤਰਾਜ਼ ਕੋਈ ਨਹੀਂ ਜੀ, ਬੜੀ ਖੁਸ਼ੀ ਹੋਊਗੀ। ਜਿਹੜਾ ਕੰਮ ਕਹਿੰਦੇ ਹੁੰਦੇ, ਜਿਹੜਾ ਕੰਮ ਜਿੱਦਾ ਹੈ ਉਹ ਉਹੀ ਉਹਨੂੰ ਹੀ ਸੋਭਦਾ ਹੁੰਦਾ, ਪਰ ਤੁਸੀਂ ਨਾ ਅੱਜ ਰੇਸ ਦੇ ਪੈਰ ਰੱਖਿਆ ਜੀ। ਐਕਚੁਅਲੀ ਅਸਲ ਦੇ ਵਿੱਚ ਕਹਿਣਾ ਸਾਹਿਬ ਮੈਂ ਨਾ ਕਲਪੀ ਹੋਈ ਬਹੁਤ ਆ, ਕਿਉਂਕਿ ਜਦੋਂ ਤੁਸੀਂ ਦੂਰ ਆ ਕੇ ਵੇਖਦੇ ਹੋ ਨਾ ਤੇ ਤੁਹਾਨੂੰ ਚੀਜ਼ ਜਿਹੜੀ ਉੱਪਰੋਂ ਦੂਰੋਂ ਨਜ਼ਰ ਆ ਰਹੀ ਹੁੰਦੀ, ਤੁਹਾਨੂੰ ਆਪਣਾ ਮੁਲਕ ਨਜ਼ਰ ਆ ਰਿਹਾ ਹੁੰਦਾ ਹੈ ਤੇ ਦੁੱਖ ਹੁੰਦਾ ਜਦੋਂ ਉਹਦੇ ਬਾਬਤ ਅਸੀਂ ਖਬਰਾਂ ਇੱਥੇ ਬੈਠ ਕੇ ਪੜ੍ਹਦੇ ਆਂ ਵੀ ਰੁਕ ਨਹੀਂ ਰਿਹਾ। ਹੁਣ ਤੁਸੀਂ ਵੇਖੋ ਕਿੰਨੀ ਖੁਸ਼ੀ ਦੀ ਗੱਲ ਆ ਵੀ ਨਿਊਜ਼ੀਲੈਂਡ 'ਚ ਤਾਂ ਮੁੱਕ ਗਿਆ, ਪਰ ਸਾਡੇ ਮੁਲਕ 'ਚ ਤਾਂ ਨਹੀਂ ਮੁੱਕ ਰਿਹਾ। ਚਲੋ ਕੋਈ ਗੱਲ ਨਹੀਂ, ਆਪਾਂ ਇਹ ਚਾਹੁੰਦੇ ਆ ਕਿ ਇੱਥੋਂ ਵੀ ਮੁੱਕੇ, ਸਾਡੇ ਭਾਰਤ ਦੇ ਵਿੱਚ ਵੀ, ਸਾਡੇ ਪੰਜਾਬ ਦੇ ਵਿੱਚੋਂ ਵੀ ਕਰੋਨਾ ਮੁੱਕੇ। ਪਰ ਇੱਕ ਹੋਰ ਕਮਾਲ ਦੀ ਜਾਣਕਾਰੀ ਦਿੰਦਾ ਮੈਂ, 1 ਮਿੰਟ ਪਹਿਲਾਂ ਮੈਂ ਜਿਹੜੀ ਗੱਲ ਕਹਿਣ ਲੱਗੀ ਸੀ, ਜਿਹੜੀ ਵਕਫੇ ਤੋਂ ਪਹਿਲਾਂ ਮੈਂ ਕਹਿਣੀ ਭੁੱਲ ਗਈ, ਉਹ ਤੇ ਹੁਣ ਵੀ ਤੁਸੀਂ ਉਹੋ ਜਿਹੀਆਂ ਗੱਲਾਂ ਹੀ ਕਰ ਰਹੇ ਹੋ, ਕੋਈ ਨਵੀਂ ਗੱਲ ਨਹੀਂ ਕੀ ਕਰਨ ਲੱਗੀ ਹੈ ਨਾ, ਤੁਸੀਂ ਮੌਕਾ ਹੀ ਨਹੀਂ ਦੇ ਰਹੇ। ਅੱਜ ਟੈਣਾ ਸਾਹਿਬ ਪਹਿਲੀ ਵਾਰ ਤੁਹਾਨੂੰ ਮੈਂ ਬਿਨਾਂ ਬਾਹਾਂ ਵਾਲੀ ਜੈਕਟ 'ਚ ਵੇਖਿਆ। ਅੱਛਾ, ਕਮਾਲ ਲੱਗ ਰਹੇ ਹੋ। ਚਲੋ ਤੁਹਾਡੀ ਮਿਹਰਬਾਨੀ। ਮੇਰੀ ਕਾਹਦੀ ਮਿਹਰਬਾਨੀ ਪਾਈ ਤੁਸੀਂ ਹੈ। ਚਲੋ ਕੋਈ ਗੱਲ ਨਹੀਂ, ਮਤਲਬ ਵੈਸੇ ਨਿਊਜ਼ੀਲੈਂਡ ਦੀ ਧਰਤੀ ਤੇ ਆ ਕੇ ਆਪ ਜੀ ਸਟਾਈਲਿਸ਼ ਹੋ ਗਏ। ਉਹ ਨਹੀਂ, ਜਿਹੋ ਜੀ ਮੈਨੂੰ ਮਿਲ ਗਈ ਤੇ ਮੈਂ ਉਹੋ ਜਿਹੀ ਟੰਗ ਲਈ। ਇਹਦੇ ਵਿੱਚ ਕੋਈ ਅਲੋਕਾਰੀ ਗੱਲ ਨਹੀਂ, ਇਹਦੇ ਵਿੱਚ ਕੋਈ ਹੈਰਾਨ ਹੋਣ ਵਾਲੀ ਗੱਲ ਹੈ ਨਹੀਂ। ਅੱਛਾ ਜੀ, ਪੱਕੀ ਗੱਲ ਹੈ ਬਿਲਕੁਲ। ਪਰ ਚਲੋ ਜੱਚ ਰਹੇ ਹੋ। ਲੋਕ ਨੇਪਾਲ ਵਾਲੇ ਕਾਠਮੰਡੂ 'ਚ ਜਾਂਦੇ, ਤੁਸੀਂ ਉਹਨਾਂ ਦੀ ਝੱਗੀ ਪਾਈ ਫਿਰਦੇ ਹੋ। ਟੈਣਾ ਸਾਹਿਬ, ਆ ਕਾਠਮੰਡੂ ਦੀ ਜੈਕਟ ਪਾਈ ਹੈ। ਠੰਡ ਪਤਾ ਕਿੰਨੀ ਹੈ, ਭਾਵੇਂ ਕਾਠਮੰਡੂ ਦੀ ਹੋਏ ਤੇ ਭਾਵੇਂ ਵਾਸ਼ਿੰਗਟਨ ਡੀਸੀ ਦੀ। ਇਹ ਕੌਣ ਹੁੰਦਾ? ਆ ਅਮਰੀਕਾ ਦੇ ਵਿੱਚ ਜਗ੍ਹਾ। ਅੱਛਾ, ਹਾਂ, ਮਤਲਬ ਪਾ ਲਓ ਜਿਹੜੀ ਵੀ ਜੈਕਟ ਲੱਭੇ, ਠੰਡ ਬਹੁਤ ਹੈ। ਹਾਂ, ਵਾਹ। ਤੇ ਮੈਂ ਤੁਹਾਨੂੰ ਇਹ ਕਹਿਣ ਲੱਗੀ ਸੀ,
ਜਦੋਂ ਆਪਾਂ ਭਾਰਤ ਦੇ ਵਿੱਚ ਸੜਕਾਂ ਤੇ ਨਿਕਲਦੇ ਆ, ਟਰੱਕਾਂ ਪਿੱਛੇ ਕੀ ਲਿਖਿਆ ਹੁੰਦਾ? ਦੇਖੋ, ਟਰੱਕਾਂ ਦੇ ਪਿੱਛੇ, ਬੱਸਾਂ ਦੇ ਪਿੱਛੇ, ਟੈਂਪੂਆਂ ਦੇ ਪਿੱਛੇ ਜੋ ਕੁਝ ਲਿਖਿਆ ਹੁੰਦਾ ਨਾ, ਉਹ ਪੜ੍ਹ ਕੇ ਉਹ ਕਮਾਲ ਇਹੋ ਜਿਹਾ ਮਹਿਸੂਸ ਹੁੰਦਾ ਬਈ ਲੋਕਾਂ ਦੇ ਅੰਦਰ ਕਲਾ ਕਿੰਨੀ ਆ, ਸ਼ਾਇਰੀ ਕਿੰਨੀ ਲੁਕੀ ਹੋਈ ਆ। ਉੱਡੀ ਚੱਲ ਮੋਰਨੀਏ ਤਾਈਓ ਡਾਲੇ ਤੇ ਲਿਖਵਾਇਆ, ਕਿਸੇ ਨੇ ਇਉਂ ਲਿਖਿਆ ਹੁੰਦਾ, ਕਿਸੇ ਨੇ ਚੱਲ ਰਾਣੀ ਤੇਰਾ ਰੱਬ ਰਾਖਾ, ਫਿਰ ਕਿਸੇ ਨੇ ਲਿਖਿਆ ਹੁੰਦਾ ਨਜ਼ਰਾਂ ਲਾਏਗਾ ਤਾਂ ਜੁੱਤੀਆਂ ਖਾਏਗਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਹਾਂ ਸੜ ਨਾ ਰੀਸ ਕਰ, ਏਦਾਂ ਦੀਆਂ ਗੱਲਾਂ ਲਿਖੀਆਂ ਹੁੰਦੀਆਂ। ਬਾਪੂ ਕੋਲੋਂ ਮਿਲੀ ਸਰਦਾਰੀ, ਹੈ ਨਾ, ਫਿਰ ਉਹ ਕੀ ਅੰਗਰੇਜ਼ ਖੰਗੇ ਸੀ ਤਾਈਓ ਟੰਗੇ ਸੀ, ਜੀ ਆਇਆ ਸਾਵਨ ਝੂਮ ਕੇ। ਹਾਂ, ਤੇ ਜਿਹੜਾ ਨਾ ਕਈ ਵਾਰੀ ਟਰੱਕ ਹੁੰਦਾ ਐ ਜੇ ਜਾਂਦਾ ਐ ਜੇ, ਉੱਡੀ ਚੱਲ ਮੋਰਨੀ। ਵਾਕਈ ਗੱਲ ਤਾਂ ਤੁਹਾਡੀ ਸਹੀ ਹੈ, ਪਰ ਹੁਣ ਕਹਿੰਦੇ ਹੋ ਸਕਦਾ ਟਰੱਕਾਂ ਦੇ ਮਗਰ ਤੁਹਾਨੂੰ, ਬੱਸਾਂ ਦੇ ਮਗਰ ਜਾਂ ਹੋਰ ਜਿਹੜੇ ਲੋਡਰ ਨੇ, ਹੋਰ ਵਾਹਨ ਨੇ, ਉਹਨਾਂ ਦੇ ਮਗਰ ਇਹੋ ਜਿਹੀਆਂ ਗੱਲਾਂ ਨਾ ਦੇਖਣ ਨੂੰ ਮਿਲਣ, ਨਾ ਇਹੋ ਜਿਹੀਆਂ ਤੁਸੀਂ ਪੜ੍ਹ ਸਕੋ, ਇਹਨਾਂ ਗੱਲਾਂ ਨੂੰ ਤੁਸੀਂ ਮਿਸ ਕਰੋਗੇ। ਤੇ ਹਰਮਨ ਜੀ, ਹੋ ਸਕਦਾ ਵੀ ਕੇਂਦਰ ਦੀ ਸਰਕਾਰ ਆ ਨਾ ਜਿਹੜੀ, ਉਹ ਆਉਂਦੇ ਸਮੇਂ ਦੇ ਵਿੱਚ ਹਦਾਇਤਾਂ ਜਾਰੀ ਕਰੇ ਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਕੋਲੋਂ ਉਹਨਾਂ ਨੇ ਵਿਚਾਰ ਵੀ ਮੰਗੇ ਆ ਜੀ ਵੀ ਆਉਂਦੇ ਸਮੇਂ ਦੇ ਵਿੱਚ ਸੜਕਾਂ ਦੇ ਉੱਤੇ ਚੱਲਣ ਵਾਲੇ ਵਹੀਕਲ ਆ, ਜਿਹੜੇ ਵਾਹਨ ਆ ਜਿਹੜੇ, ਉਹਨਾਂ ਦੇ ਪਿੱਛੇ ਇਹ ਸ਼ਾਇਰੋ ਸ਼ਾਇਰੀ ਲਿਖਣ ਦੀ ਥਾਂ ਦੇ ਉੱਤੇ ਨਾ ਵੀ ਦੂਰੀ ਦੇ ਨਿਯਮਾਂ ਦਾ ਖਿਆਲ ਰੱਖਣ ਦੀਆਂ ਹਦਾਇਤਾਂ ਪੇਸ਼ ਕੀਤੀਆਂ ਜਾਣ। ਅੱਛਾ ਜੀ। ਇਹ ਲਿਖਿਆ ਜਾਵੇ ਵੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ, ਦੂਰੀ ਨੂੰ ਯਕੀਨੀ ਬਣਾਓ ਕਰੋਨਾ ਵਾਇਰਸ ਦੇ ਕਰਕੇ। ਸੋ ਜੇਕਰ ਆਉਂਦੇ ਸਮੇਂ ਦੇ ਵਿੱਚ ਇਹ ਕੁਝ ਹੋ ਗਿਆ ਤਾਂ ਜਿਹੜੇ ਕੁਝ ਤੁਹਾਨੂੰ ਟਰਾਲਿਆਂ ਦੇ ਪਿੱਛੇ, ਟਰੱਕਾਂ ਦੇ ਪਿੱਛੇ ਦੇਖਣ ਨੂੰ ਮਿਲਦਾ ਨਾ, ਇਹ ਕੁਝ ਬੰਦ ਹੋ ਜਾਣਾ। ਫਿਰ ਆ ਉੱਡੀ ਚੱਲ ਮੋਰਨੀਏ ਡਾਲੇ ਤੇ ਲਿਖਵਾ ਲਿਆ, ਤੇ ਪੁੱਤ ਵਰਗਾ ਫੋਰ ਟਰੈਕਟਰ ਜੱਟ ਦੇ ਵੇਚਿਆ ਰੋ ਰੋ ਕੇ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬੱਸਾਂ ਦੇ ਪਿੱਛੇ, ਟਰੱਕਾਂ ਦੇ ਪਿੱਛੇ, ਟੈਂਪੂਆਂ ਦੇ ਪਿੱਛੇ ਲਿਖੀਆਂ, ਸ਼ਾਇਦ ਉਹ ਨਾ ਮਿਲਣ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਦਿਨ ਮੈਂ ਆਟੋ ਦੇ ਵਿੱਚ ਬੈਠਾ ਤੇ ਬੰਦੇ ਨਾ ਕਈ ਵਾਰੀ ਸਿਰਾ ਲਾ ਦਿੰਦੇ, ਬੰਦੇ ਦੇ ਜਜ਼ਬੇ ਦੀ ਪੇਸ਼ਕਾਰੀ ਹੋਣੀ ਚਾਹੀਦੀ ਆ, ਤੇ ਉਹਨੇ ਇਹਨਾਂ ਵਿੱਚ ਬੜਾ ਉੱਚੀ ਆਵਾਜ਼ ਦੇ ਵਿੱਚ ਗਾਣਾ ਲਾਇਆ ਹੋਇਆ ਜਿਹੜਾ ਕਿਸੇ ਨੂੰ ਨਹੀਂ ਸੁਣਦਾ, ਕਿਉਂਕਿ ਇੰਨਾ ਆਟੋ ਦਾ ਖੜਕਾ ਹੈਗਾ, ਤੇ ਉਹ ਗੱਡੀ ਉੱਤੇ ਮਿਸਟਰ ਸਿੰਘ ਲਿਖਵਾਇਆ, ਅੱਧਾ ਕਿਲੋ ਦਾ ਮੈਂ ਕੜਾ ਗੁੱਟ ਵਿੱਚ ਪਾਇਆ। ਇੱਥੇ ਹੁੰਦੀ ਆ ਵੈਸੇ, ਤੁਸੀਂ ਰੋਡਵੇਜ਼ ਦੀ ਬੱਸ 'ਚ ਬਹਿ ਜਾਓ, ਸਾਨੂੰ ਰੱਬ ਨੇ ਬਣਾਇਆ ਮਹਾਰਾਜ, ਸਾਡੀ ਰੀਸ ਕੌਣ ਕਰ ਲੂ। ਤੁਸੀਂ ਦੇਖੋ, ਰੋਡਵੇਜ਼ ਦੀ ਬੱਸ 'ਚ ਬਹਿ ਜਾਓ, ਤੁਸੀਂ ਆਟੋ 'ਚ ਬਹਿ ਜਾਓ, ਬਹੁਤੀ ਵਾਰ ਇਹ ਹੁੰਦਾ ਵੀ ਉਹਨੇ ਆਪਣੇ ਵੱਲੋਂ ਤਾਂ ਪੂਰੀ ਆਵਾਜ਼ ਛੱਡ ਕੇ ਗਾਣੇ ਲਾਏ ਹੁੰਦੇ ਨੇ, ਹਨਾ, ਪਰ ਤੁਹਾਨੂੰ ਸਮਝ ਨਹੀਂ ਆ ਰਹੀ ਹੁੰਦੀ ਵੀ ਇਹ ਗਾ ਕੀ ਰਿਹਾ, ਕਿ ਖੜਕਾ ਉਹਦਾ ਉਦੋਂ ਡਬਲ ਹੁੰਦਾ ਹੈ ਨਾ। ਪਰ ਗੱਲ ਇਹ ਹੈ ਟੈਣਾ ਸਾਹਿਬ, ਮੈਂ ਨਾ ਇੱਕ ਚੀਜ਼ ਹੋਰ ਬੜੀ ਵੇਖੀ ਧਿਆਨ ਨਾਲ, ਕਿ ਆਪਣੇ ਉੱਥੇ ਤਾਂ ਕਈ ਲੋਕ ਗੱਡੀ ਜਿਹੜੀ ਆ ਉਹ ਤਾਂ ਨੇੜੇ ਜਾ ਕੇ ਬ੍ਰੇਕ ਲਾਉਂਦੇ ਨੇ ਵੀ ਇਹਦੇ ਮਗਰ ਦੇਖੇ ਲਿਖਿਆ ਕੀ ਆ, ਹਨਾ। ਇੱਥੇ ਵੇਖੋ ਕਿੰਨੀ ਦੂਰੀ ਦੀ ਪਾਲਣਾ ਕੀਤੀ ਜਾਂਦੀ ਹੈ। ਤੇ ਹਾਲੇ ਤੱਕ ਨਿਊਜ਼ੀਲੈਂਡ ਦੇ ਵਿੱਚ ਅਸੀਂ ਕਿਸੇ ਵੀ ਗੱਡੀ ਦੇ ਪਿੱਛੇ ਇਹ ਲਿਖਿਆ ਨਹੀਂ ਪੜਿਆ ਕਿ ਦੂਰੀ ਬਣਾ ਕੇ ਰੱਖੋ, ਪਾਵਰ ਬ੍ਰੇਕ। ਲੋਕ ਆਪਣੇ ਆਪ ਇਹਨਾਂ ਨਿਯਮਾਂ ਦੀ ਪਾਲਣ ਕਰਦੇ ਆ। ਇੱਕ ਹੋਰ ਚੀਜ਼ ਨਹੀਂ ਵੇਖੀ, ਹਾਰਨ ਪਲੀਜ਼ ਵੀ ਹਾਰਨ ਵਜਾਓ। ਜਿਹੜੇ ਦੇਸ਼ ਦੇ ਵਿੱਚ ਹਰ ਬੰਦੇ ਨੂੰ ਇਹ ਗੱਲ ਕਹੀ ਗਈ ਹੋਵੇ ਕਿ ਭਾਈ ਮੇਰੇ ਮਗਰਲਾ ਹਾਰਨ ਵਜਾਵੇ, ਉਸ ਦੇਸ਼ ਦੇ ਵਿੱਚੋਂ ਸ਼ੋਰ ਪ੍ਰਦੂਸ਼ਣ ਕਿਵੇਂ ਮੁੱਕ ਜਾਊਗਾ, ਮੈਂ ਤਾਂ ਕਦੇ ਇਹ ਸੋਚਦਾ। ਬਿਲਕੁਲ ਸਹੀ ਗੱਲ ਹੈ। ਤੁਸੀਂ ਇਹ ਵੇਖੋ ਟਾਣਾ ਸਾਹਿਬ, ਇੱਕ ਚੀਜ਼ ਮੈਂ ਹੋਰ ਇੱਥੇ ਸਾਂਝੀ ਕਰਨਾ ਚਾਹੁੰਦੀ ਹਾਂ, ਜੇ ਅੱਜ ਆਪਾਂ ਇੱਥੋਂ ਦੇ ਸੜਕਾਂ ਦੇ ਬਾਰੇ 'ਚ, ਇੱਥੋਂ ਦੇ ਵਾਹਨਾਂ ਦੇ ਬਾਰੇ 'ਚ ਗੱਲ ਕਰ ਰਹੇ ਹਾਂ, ਵੀ ਬਾਕੀ ਗੱਲਾਂ ਦੀਆਂ ਗੱਲਾਂ, ਪਰ ਆਪਣੇ ਬੰਦਿਆਂ ਦੀ ਗੱਡੀ ਦੂਰੋਂ ਪਛਾਣੀ ਜਾਂਦੀ ਹੈ ਵੀ ਇਹ ਪੱਕਾ ਕਿਸੇ ਪੰਜਾਬੀ ਦੀ ਗੱਡੀ ਹੋਊਗੀ, ਕਿਉਂਕਿ ਨੰਬਰ ਪਲੇਟਾਂ ਅਸੀਂ ਇਹੋ ਜਿਹੀਆਂ ਬਣਾ ਰੱਖੀਆਂ ਨੇ ਜਿਨ੍ਹਾਂ ਦੇ ਮਤਲਬ ਸਾਨੂੰ ਤਾਂ ਪਤਾ ਵੀ ਲਿਖਿਆ ਕੀ ਹੈ, ਪਰ ਮੈਂ ਇਹ ਸੋਚਦੀ ਹੁੰਨੀ ਕਦੀ ਵੀ ਗੋਰੇ ਵੀ ਸੋਚਦੇ ਹੋਣਗੇ ਵੀ ਆਹ ਕੀ ਲਿਖਾਈ ਫਿਰਦਾ। ਇੱਕ ਅਸੀਂ ਨੰਬਰ ਪਲੇਟ ਵੇਖੀ, ਉਹਦੇ ਪਿੱਛੇ ਲਿਖਿਆ ਹੋਇਆ AK47 ਉਹਦਾ ਨੰਬਰ ਜੀ, ਇੱਕ ਦਾ ਕਾਰਤੂਸ, ਕਿਸੇ ਦਾ ਨਾਗਣੀ, ਕਿਸੇ ਦਾ ਬੰਦੂਕ, ਮੈਂ ਦੇਖਿਆ ਦੁਨਾਲੀ, ਕਿਸੇ ਦਾ ਬਾਟ ਸਾਹਿਬ, ਹਨਾ, ਕਿਸੇ ਦਾ ਜੰਗਲੀ। ਇਹ ਸਾਰੇ ਨੰਬਰ ਪਲੇਟਸ ਜਿਹੜੇ ਅਸੀਂ ਪੜ੍ਹੇ, ਔਰ ਉਥੋਂ ਦੂਰੋਂ ਹੀ ਪਤਾ ਲੱਗ ਜਾਂਦਾ ਸੀ ਵੀ ਇਹ ਪੱਕਾ ਆਪਣੇ ਪੰਜਾਬੀ ਦੀ। ਹਾਂ, ਬਿਲਕੁਲ ਸਹੀ ਗੱਲ ਹੈ। ਚਲੋ ਉਹਨਾਂ ਦੇ ਆਪਣੇ ਸ਼ੌਕ ਆ, ਪਰ ਸ਼ੌਕ ਵੀ ਜ਼ਾਬਤੇ ਦੇ ਵਿੱਚ ਰਹਿ ਕੇ ਪਗਾਉਣੇ ਚਾਹੀਦੇ ਆ। ਆ AK47 ਬੰਦੂਕਾਂ ਤੇ ਦੁਨਾਲੀਆਂ ਦੀ ਗੱਲ ਆਪਾਂ ਜੇਕਰ ਉੱਥੇ ਹੀ ਛੱਡਿਆਗੇ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ। ਇੱਥੋਂ ਆਪਾਂ ਕੁਝ ਨਾ ਕੁਝ ਨਵਾਂ ਹਾਸਲ ਕਰੀਏ, ਤੇ ਆਪਾਂ ਉਹ ਗੱਲਾਂ ਜਿਹੜੀਆਂ ਇਹ ਫੁਕਰੀ ਜਿਹੀ ਵਾਲੀਆਂ, ਆਪਾਂ ਇਹ ਉੱਥੇ ਹੀ ਛੱਡਿਆਗੇ ਨਾ, ਜ਼ਿਆਦਾ ਚੰਗੀ ਗੱਲ ਆ। ਬਿਲਕੁਲ ਸਹੀ ਗੱਲ ਹੈ। ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਂਦੇ, ਪਰ ਆਪਾਂ ਉਹ ਵਾਲੀਆਂ ਗੱਲਾਂ ਇੱਥੇ ਨਾ ਕਰੀਏ ਜਿਹੜੀਆਂ ਉੱਥੇ ਛੱਡ ਕੇ ਆਏ ਆ, ਮਗਰ ਇਹ ਉੱਥੇ ਜੋ ਕਰਦੇ ਰਹੇ। ਸੱਚ, ਮੈਂ ਇੱਕ ਗੱਲ ਹੋਰ ਦੱਸਾਂ ਵੀ ਅਸੀਂ ਨਾ ਪਿਛਲੇ ਦਿਨੀ ਗਏ ਜਲੰਧਰ ਸਿੰਘ ਦੇ ਖੇਤਾਂ ਦੇ ਵਿੱਚ। ਉਹ ਇੱਥੇ ਜਦੋਂ ਸਾਨੂੰ ਲੈ ਕੇ ਗਏ ਤੇ ਬਈ ਉੱਥੇ ਕਮਾਲ ਹੋ ਗਈ। ਉੱਥੇ ਤੋਰੀਆਂ ਵੀ, ਉੱਥੇ ਭਿੰਡੀਆਂ ਵੀ, ਉੱਥੇ ਪਾਲਕ, ਉੱਥੇ ਕਰੇਲੇ, ਉੱਥੇ ਗਾਜਰਾਂ, ਉੱਥੇ ਮੂਲੀਆਂ, ਉੱਥੇ ਭੇਡਾਂ, ਉੱਥੇ ਕੁੱਕੜ, ਉੱਥੇ ਸਾਗ, ਉੱਥੇ ਪਾਲਕ, ਸਭ ਕੁਝ ਹੀ ਸੀਗਾ। ਸੋ ਮੈਨੂੰ ਬੜਾ ਚੰਗਾ ਲੱਗਾ। ਤੇ ਹਰਮਨ ਜੀ, ਇੱਕ ਕਮਾਲ ਦੀ ਗੱਲ ਇਹ ਹੈ ਵੀ ਜਦੋਂ ਉਹਨਾਂ ਨੂੰ ਪੁੱਛਿਆ ਨਾ ਵੀ ਆਹ ਕਿਆਰੀਆਂ ਦੇ ਵਿੱਚ ਤੁਸੀਂ ਪਾਣੀ ਵਾਲੀਆਂ ਕੈਨੀਆਂ ਕਾਹਤੋਂ ਰੱਖੀਆਂ, ਪੀਪੀਆਂ ਕਿਉਂ ਰੱਖੀਆਂ, ਉਹ ਕਹਿੰਦੇ ਵੀ ਰਾਤ ਨੂੰ ਖਰਗੋਸ਼ ਆਉਂਦੇ, ਸਾਡੀਆਂ ਸਬਜ਼ੀਆਂ ਖਾ ਜਾਂਦੇ ਆ। ਜਦੋਂ ਪਾਣੀ ਦੀ ਲਿਸ਼ਕੋਰ ਉਹਨਾਂ ਦੇ ਅੱਖਾਂ ਦੇ ਵਿੱਚ ਵੱਜਦੀ ਆ, ਉਹ ਸਮਝਦੇ ਵੀ ਇੱਥੇ ਕੋਈ ਖੜਾ, ਤੇ ਉਹ ਫਿਰ ਆਉਂਦੇ ਨਹੀਂ ਇਧਰ ਨੂੰ। ਸੋ ਉਹਨਾਂ ਨੇ ਆਪਣਾ ਤਰੀਕਾ ਉਵੇਂ ਵਰਤਿਆ ਜਿਵੇਂ ਆਪਾਂ ਡਰਨੇ ਖੜੇ ਕਰ ਦਿੰਦੇ ਨੇ ਖੇਤਾਂ ਦੇ ਵਿੱਚ,
ਇਹ ਆ। ਸੋ ਪੰਜਾਬੀ ਆ ਜਿਹੜੇ ਉਹਨਾਂ ਨੇ ਸਬਜ਼ੀਆਂ ਵੀ ਇੱਥੇ ਲਾਈਆਂ ਜੀ। ਤੇ ਆਪਾਂ ਜਿਹੜੇ ਪੰਜਾਬ ਦੇ ਵਾਸੀ ਆ ਉਹ ਤਾਂ ਆਪਦੇ ਜੋਗੀ ਵੀ ਸਬਜ਼ੀ ਬੀਜਣੋਂ ਹਟ ਗਏ ਆ, ਕਿਉਂਕਿ ਸਾਡੇ ਕੋਲੇ ਵਕਤ ਨਹੀਂ ਹੁੰਦਾ, ਅਸੀਂ ਹੋਰ ਬਹੁਤ ਸਾਰੇ ਕੰਮ ਕਰਦੇ ਹੁੰਦੇ ਆ। ਤੇ ਬਿਨਾਂ ਰੇਹਾਂ ਸਪਰੇਆਂ ਤੋਂ ਇੱਥੇ ਸਬਜ਼ੀਆਂ ਜਿਹੜੀਆਂ ਬੀਜਦੇ ਨੇ। ਆਪਾਂ ਨੂੰ ਜਲੰਧਰ ਸਿੰਘ ਹੋਰਾਂ ਨੇ ਦੱਸਿਆ ਸੀ ਕਿ ਜੇਕਰ ਕਿਤੇ, ਵੈਸੇ ਤਾਂ ਕੋਈ ਸਮੱਸਿਆ ਆਉਂਦੀ ਨਹੀਂ, ਜੇਕਰ ਕਿਤੇ ਆ ਜਾਏ ਤਾਂ ਕੱਚੀ ਲੱਸੀ ਦਾ ਛਿੜਕਾਅ ਕਰ ਦਿੰਦੇ ਨੇ ਜਾਂ ਦੇਸੀ ਟੋਟਕੇ ਵਰਤਦੇ ਨੇ। ਜਾਨਲੇਵਾ ਕੋਈ ਵੀ ਜਿਹੜੀ ਦਵਾਈ ਉਹ ਸਬਜ਼ੀਆਂ ਦੇ ਉੱਪਰ ਨਹੀਂ ਛਿੜਕੀ ਜਾਂਦੀ। ਬਿਲਕੁਲ ਜੀ। ਤੇ ਇਸ ਕਰਕੇ ਬੇਨਤੀ ਇਹ ਆ ਵੀ ਜੇਕਰ ਦੂਰ ਆ ਕੇ, ਅਸੀਂ ਬਹੁਤ ਸਾਰੇ ਹੁਣ ਤੱਕ ਪੰਜਾਬੀ ਦੇਖੇ ਆ ਜਿਨ੍ਹਾਂ ਨੇ ਭਾਵੇਂ ਇੱਕ ਨਿੱਕੀ ਜੀ ਕੈਰੀ ਦੇ ਵਿੱਚ ਘਰ ਦੇ ਪਿਛਲੇ ਪਾਸੇ 4 ਮਿਰਚਾਂ ਦੇ ਬੂਟੇ ਲਾਏ ਹੋਣ, ਭਾਵੇਂ ਕਿਸੇ ਦੇ 2 ਬੈਂਗਣੀ ਦੇ ਬੂਟੇ ਲਾਏ ਹੋਣ, ਭਾਵੇਂ ਕਿਸੇ ਦੇ ਕੋਲੇ ਇੱਕ ਗੁੱਛੀ ਜੋਗਾ ਪਾਲਕ ਬੀਜਿਆ ਹੋਵੇ, ਪਰ ਬਹੁਤ ਗਿਣਤੀ ਬੀਜਦੇ ਆ। ਤੇ ਆਪਾਂ ਪੰਜਾਬ ਦੇ ਵਾਸੀ ਪਤਾ ਨਹੀਂ ਕਿਹੜੇ ਮਹਾਨ ਕੰਮਾਂ 'ਚ ਲੱਗੇ ਹੋਏ ਆ। ਆਪਾਂ ਨਹੀਂ ਇਹ ਕੁਝ ਕਰਦੇ, ਮਾੜਾ ਮੋਟਾ ਆਪਾਂ ਵੀ ਹੱਥ ਲਾ ਲਿਆ ਕਰਗੇ। ਆਪਾਂ ਵੀ ਆਪਦੇ ਜੋਗੀ ਸਹੀ ਸਬਜ਼ੀ ਆ ਜਿਹੜੀ ਉਹ ਜ਼ਰੂਰ ਬੀਜਿਆ ਕਰਗੇ। ਬਿਲਕੁਲ ਸਹੀ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਹਾਂ ਬਿਲਕੁਲ ਹਰਮਨ ਜੀ, ਮੈਂ ਨਾ ਦੁਚਿੱਤੀ ਦੇ ਵਿੱਚ ਪੈ ਗਿਆ ਵੀ ਜਦੋਂ ਆਪਾਂ ਭਾਰਤ ਦੇ ਵਿੱਚ ਜਾਣਾ ਜੀ, ਪੰਜਾਬ ਦੇ ਵਿੱਚ ਦਾਖਲ ਹੋਣਾ, ਉਸ ਤੋਂ ਬਾਅਦ ਆਪਾਂ ਮਾਸਕ ਪਹਿਨੀਏ ਜਾਂ ਨਾ ਪਹਿਨੀਏ। ਕਿਉਂਕਿ ਇੱਕ ਪਾਸਿਓਂ ਖਬਰਾਂ ਆਉਂਦੀਆਂ, ਜੇ ਸਿਹਤ ਵਿਭਾਗ ਦੀ ਗੱਲ ਕਰਦੇ ਆ, ਉਹ ਕਹਿੰਦੇ ਵੀ ਅਸੀਂ ਤਾਂ ਇਹ ਗੱਲ ਕਹੀ ਨਹੀਂ ਵੀ ਜੇ ਤੁਸੀਂ ਕਾਰ ਦੇ ਵਿੱਚ ਸਵਾਰ ਆ ਤਾਂ ਮਾਸਕ ਪਹਿਨੋ। ਪੁਲਿਸ ਕਹਿੰਦੀ ਹੈ ਵੀ ਜੇ ਤੁਸੀਂ ਕਾਰ ਦੇ ਵਿੱਚ ਹੋ, ਤੁਸੀਂ ਮਾਸਕ ਨਹੀਂ ਪਹਿਨਿਆ, ਅਸੀਂ ਤੁਹਾਡਾ ਤਾਂ ਵੀ ਚਲਾਨ ਕੱਟਣਾ। ਇਸ ਮਾਮਲੇ ਦੇ ਉੱਤੇ ਬੜੀ ਗਰਮਾ ਗਰਮੀ ਵਾਲਾ ਮਾਹੌਲ ਬਣ ਗਿਆ ਜੀ। ਪਟਿਆਲੇ ਦੇ ਵਿੱਚ ਇੱਕ ਡਾਕਟਰਨੀ ਆ, ਉਸ ਡਾਕਟਰਨੀ ਨੇ ਕੱਲੀ ਨੇ ਕਾਰ ਦੇ ਵਿੱਚੋਂ ਸਫ਼ਰ ਕਰਨੀ ਸੀ ਤੇ ਮਾਸਕ ਨਹੀਂ ਸੀ ਪਹਿਨਿਆ। ਪੁਲਿਸ ਨੇ ਉਹਨੂੰ ਰੋਕ ਕੇ ਤੁਹਾਡਾ ਚਲਾਨ ਕੱਟਤਾ। ਉਸ ਤੋਂ ਬਾਅਦ ਉਹਨੇ ਮਾਮਲਾ ਤਾਂ ਤੱਕ ਲੈ ਗਈ ਉਹ। ਉਸ ਤੋਂ ਬਾਅਦ ਪਟਿਆਲੇ ਦੇ ਸਿਵਲ ਸਰਜਨ ਨੇ ਪਟਿਆਲੇ ਦੇ ਐਸਐਸਪੀ ਨੂੰ ਇੱਕ ਚਿੱਠੀ ਲਿਖੀ ਆ ਵੀ ਇਹ ਕਿਹੜਾ ਨਿਯਮ ਹੋਇਆ ਵੀ ਖਾਲੀ ਗੱਡੀ ਆ, ਗੱਡੀ ਦੇ ਵਿੱਚ ਕੋਈ ਹੋਰ ਹੈ ਨਹੀਂ, ਸ਼ੀਸ਼ੇ ਲੱਗੇ ਹੋਏ ਆ, ਏਸੀ ਵਿੱਚ ਚੱਲਦਾ, ਜੇ ਬੰਦਾ ਬਾਹਰ ਨਿਕਲਿਆ ਉਹ ਮਾਸਕ ਪਹਿਨ ਲੂਗਾ। ਇਦਾਂ ਮਾਸਕ ਪਹਿਨਣ ਦੀ ਤੁਕ ਕੀ ਬਣਦੀ ਹੈ? ਇਹ ਤੁਸੀਂ ਗਲਤ ਕਰ ਰਹੇ ਹੋ। ਅੱਛਾ ਜੀ। ਅੱਗੋਂ ਐਸਐਸਪੀ ਨੇ ਇਹ ਗੱਲ ਕਹੀ ਹੈ ਜੀ ਕਿ ਜੋ ਕੇਂਦਰ ਦੇ ਵੱਲੋਂ ਗਾਈਡਲਾਈਨ, ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ, ਅਸੀਂ ਤਾਂ ਉਹਦਾ ਪਾਲਣ ਕਰਦੇ। ਪਹਿਲਾਂ ਤੁਸੀਂ ਉਹ ਸਾਰੀ ਸੂਚੀ ਪੜ੍ਹ ਲਓ, ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਲਿਖੀਆਂ। ਸੋ ਬੰਦਾ ਭੰਬਲ ਭੂਸੇ ਦੇ ਵਿੱਚ ਪੈ ਜਾਂਦਾ ਵੀ ਕੀ ਕਰਨਾ ਚਾਹੀਦਾ ਤੇ ਕੀ ਨਹੀਂ। ਮੈਂ ਕਹਿੰਨੀ ਮਾਸਕ ਜ਼ਰੂਰ ਪਾਓ ਟੈਣਾ ਸਾਹਿਬ, ਕਿਉਂਕਿ ਮੁੜ ਕੇ ਇਹਨਾਂ ਨੇ ਕਿਹੜਾ ਮੰਨਣਾ। ਦੇਖੋ ਗੱਲ ਇਹ ਹੈ ਵੀ ਸਿਹਤ ਦੇ ਨਾਲ-ਨਾਲ ਜੇਬ ਵੀ ਤਾਂ ਆਪਣੀ ਹੈ, ਉਹਦਾ ਵੀ ਤਾਂ ਆਪਾਂ ਹੀ ਖਿਆਲ ਰੱਖਣਾ ਹੈ। ਇਹ ਮਾਸਕ ਪਹਿਨਣ ਦੇ ਨਾਲ ਸਿਹਤ ਦਾ ਚਲੋ ਬਚਾਅ ਹੋਊਗਾ, ਪਰ ਕਈ ਪੱਖਾਂ ਤੋਂ ਨੁਕਸਾਨ ਕਈਆਂ ਦਾ ਕਾਰੋਬਾਰੀ ਤੌਰ ਤੇ ਹੋ ਗਿਆ ਜੀ। ਇੱਕ ਤਾਂ ਕਹਿੰਦੇ ਆ ਵੀ ਸੁਰਖੀਆਂ ਵਿਕਣੋਂ ਘਟ ਗਈਆਂ। ਮੈਂ ਵੀ ਪੜਿਆ ਸੁਰਖੀਆਂ ਦੇ ਕਾਰੋਬਾਰ ਨੂੰ ਬਹੁਤ ਵੱਡਾ ਘਾਟਾ ਪੈ ਗਿਆ। ਲਿਪਸਟਿਕ ਬਣਾਉਣ ਵਾਲੀਆਂ ਕੰਪਨੀਆਂ ਦੀ ਚੀਕ ਨਿਕਲ ਗਈ। ਉਹ ਕਹਿੰਦੇ ਇਸ ਤਾਂ ਕੱਜਲਾਂ ਤੇ ਮਸਕਾਰਿਆਂ ਦੇ ਉੱਤੇ ਟਿਕ ਗਏ ਹੁਣ ਜੀ। ਜੇ ਕਿਤੇ ਕੱਜਲ ਕੁਜਲ ਵੀ ਨਾ ਲਾਉਣ ਬੀਬੀਆਂ ਤਾਂ ਸਾਡਾ ਤਾਂ ਘੁੱਗਾ ਚਿੱਤ ਹੋ ਗਿਆ। ਬਿਲਕੁਲ ਸਹੀ ਗੱਲ ਹੈ, ਪਰ ਮੈਨੂੰ ਲੱਗਦਾ ਵੀ ਕੱਪੜੇ ਦੇ ਕਾਰੋਬਾਰੀਆਂ ਦੀ ਜ਼ਰੂਰ ਜਾਂਦੀ ਹੋ ਜਾਊਗੀ, ਕਢਾਈਆਂ ਵਾਲਿਆਂ ਦੀ ਜ਼ਰੂਰ ਹੋ ਜਾਊਗੀ, ਕਿਉਂਕਿ ਹੁਣ ਤਾਂ ਮਾਸਕ ਜਿਹੜੇ ਸੂਟਾਂ ਨਾਲ ਮੈਚਿੰਗ ਬਣਨੇ ਹੈ ਨਾ, ਨਾਲ ਦੇ ਰਲਦੇ ਮਿਲਦੇ। ਉਹ ਮੈਂ ਇੱਕ ਤਸਵੀਰ ਵੇਖੀ ਸੀ ਸੋਸ਼ਲ ਮੀਡੀਆ ਦੇ ਉੱਤੇ ਟਾਣਾ ਸਾਹਿਬ, ਉਹਨੇ ਹੈਰਾਨ ਕਰ ਦਿੱਤਾ। ਤੁਸੀਂ ਵੇਖੋ ਵੀ ਹਨਾ ਬੰਦਾ ਹਰ ਪਾਸੇ ਆਪਣਾ ਦਿਮਾਗ ਕਿਵੇਂ ਲਾਉਂਦਾ ਹੈ ਕਿ ਹੁਣ ਅੱਜ ਕੱਲ ਨਵੇਂ ਮਾਸਕ ਆਏ ਨੇ ਵਿਆਹ ਸ਼ਾਦੀਆਂ ਦੇ ਲਈ। ਉਹਦੇ ਉੱਤੇ ਲਿਖਿਆ ਹੋਇਆ ਮਾਸਕ ਦੇ ਉੱਤੇ ਲੜਕੀ ਵਾਲੇ ਤੇ ਲੜਕੇ ਵਾਲੇ। ਅੱਛਾ, ਵਾਹ। ਲੜਕੀ ਵਾਲੇ ਮਾਸਕ ਆਡਾ ਕਿ ਉਹ ਕਰੋਨਾ ਵੱਖਰੀ ਕਿਸਮ ਦਾ ਹੋਊਗਾ ਤੇ ਇਧਰ ਮੁੰਡਾ ਵਾਲਾ ਵੱਖਰੀ ਕਿਸਮ ਦਾ। ਕਢਾਈ ਨਾਲ ਲਿਖਿਆ ਨਾ ਉੱਤੇ ਵੀ ਜਿਵੇਂ ਲਾ ਲਓ ਵੀ ਮੈਂ ਮਾਸਕ ਲਾਇਆ ਤੇ ਮੇਰੇ ਮੂੰਹ ਦੇ ਉੱਤੇ ਲਿਖਿਆ ਹੋਇਆ ਨਜ਼ਰ ਆਊਗਾ ਕਢਾਈ ਦੇ ਨਾਲ ਲੜਕੀ ਵਾਲੇ, ਤੇ ਜਿਹਨਾਂ ਦੂਜੇ ਲਾਇਆ ਉਹ ਲੜਕੇ ਵਾਲੇ। ਵਾਹ, ਦੇਖੋ ਜੀ ਹਰ ਚੀਜ਼ ਦੇ ਵਿੱਚ ਕਾਰੋਬਾਰ। ਮੈਨੂੰ ਤਾਂ ਹਰਮਨ ਜੀ ਇਉਂ ਲੱਗਦਾ ਵੀ ਜਿਨ੍ਹਾਂ ਨੇ ਕਿਸੇ ਦੇ ਪੈਸੇ ਮੋੜ ਦੇਣਾ ਉਹਨਾਂ ਵਾਸਤੇ ਜਿਹੜਾ ਮਾਸਕ ਆ ਇਹ ਬਹੁਤ ਹੀ ਕਮਾਲ ਦਾ ਸਾਬਤ ਹੋਣਾ। ਮੰਨ ਲਓ ਮੈਂ ਤੁਹਾਡੇ ਪੈਸੇ ਦੇਣੇ ਆ, ਮੂੰਹ ਤੇ ਮਾਸਕ ਪਹਿਨਿਆ ਕੋਲ ਦੀ ਨਿਕਲ ਜਾ ਕਰਨਾ। ਹਾਂ ਬਿਲਕੁਲ ਸਹੀ, ਪਛਾਣ ਬੰਦੇ ਨੇ ਪਛਾਣਨਾ ਹੀ ਨਹੀਂਗਾ ਜੀ। ਪਰ ਟਾਣਾ ਸਾਹਿਬ ਪਛਾਣਨ ਵਾਲੇ ਪਛਾਣ ਲੈਂਦੇ ਨੇ। ਤੁਹਾਡੀ ਵੀ ਪਛਾਣ ਕਈਆਂ ਨੇ ਕੀਤੀ ਇੱਕ ਖਾਸ ਗੱਲ ਦਾ ਕਰਕੇ। ਮੈਂ ਚਾਹੁੰਦੀ ਆ ਵੀ ਉਹ ਗੱਲ ਵੀ ਆਪਾਂ ਜ਼ਰੂਰ ਸਾਂਝੀ ਕਰ ਲਈਏ, ਜਿਹੜੀ 에ਅਰਪੋਰਟ ਤੇ ਆਪਣੇ ਨਾਲ ਵਾਪਰੀ ਸੀ। ਅਸੀਂ ਜਿਸ ਦਿਨ ਨਿਊਜ਼ੀਲੈਂਡ ਨੂੰ ਆਉਣਾ ਸੀ ਤੇ ਦਿੱਲੀ 에ਅਰਪੋਰਟ ਦੇ ਉੱਪਰ ਜਦੋਂ ਅਸੀਂ ਘੁੰਮ ਰਹੇ ਸੀ ਤੇ ਸਾਡੇ ਦੋਵਾਂ ਨੇ ਮਾਸਕ ਪਾਏ ਹੋਏ ਸੀ, ਤੇ ਜਿਸ ਵੇਲੇ ਅਸੀਂ ਆਪਣੀ ਫਲਾਈਟ ਦੀ ਵੇਟ ਕਰ ਰਹੇ ਸੀ ਤਾਂ ਅਸੀਂ ਉੱਥੇ ਤੁਰ ਫਿਰ ਰਹੇ ਸੀ ਤੇ ਇੰਨੇ ਨੂੰ ਪਿੱਛੇ ਇੱਕ ਆਵਾਜ਼ ਪਈ ਟਾਣਾ ਸਾਹਿਬ, ਤੇ ਅਸੀਂ ਬੜੇ ਹੈਰਾਨ ਵੀ ਮੂੰਹ ਤੇ ਤਾਂ ਮਾਸਕ ਆ, ਬੰਦੇ ਨੇ ਪਛਾਣਿਆ ਕਿਵੇਂ, ਹਨਾ। ਤੇ ਉਹ ਬੀਬੀ ਜੀ ਸੀ, ਉਹ ਕੋਲ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਪਛਾਣਿਆ ਵੀ ਇਸ ਤਾਂ ਮਾਸਕ ਪਾਏ ਹੋਇਆ? ਕਹਿੰਦੇ ਟਾਣਾ ਸਾਹਿਬ ਦੇ ਹੇਅਰ ਸਟਾਈਲ ਤੋਂ ਪਛਾਣਿਆ ਵੇ। ਵਾਹ ਕਮਾਲ ਆ। ਉਹ ਤੁਹਾਡਾ ਧੰਨਵਾਦ। ਸੋ ਪਛਾਣਨ ਵਾਲੇ ਪਛਾਣ ਲੈਂਦੇ ਨੇ। ਤੁਸੀਂ ਹਰ ਗੱਲ ਨੂੰ ਚੇਤੇ ਰੱਖਦੇ ਹੋ, ਚੇਤੇ ਰੱਖ ਕੇ ਕਈ ਗੱਲਾਂ ਸਾਂਝੀਆਂ ਕਰਦੇ ਹੋ, ਪਰ ਹੇਅਰ ਸਟਾਈਲ ਨਹੀਂ ਹੁੰਦਾ। ਵਾਲਾਂ ਦਾ ਤਰੀਕਾ ਜਦੋਂ ਅਸੀਂ 에ਅਰਪੋਰਟ ਦੇ ਉੱਤੇ ਵੇਟ ਕਰਦੇ ਸੀ ਇਹ ਉਹ ਨਹੀਂ ਹੁੰਦਾ। ਪੰਜਾਬੀ ਕਰਨ ਦੇ ਵੱਲ ਖਿਆਲ ਕਰਿਆ ਕਰੋ। 에ਅਰਪੋਰਟ ਕੀ ਹੋਇਆ ਫਿਰ? 에ਅਰਪੋਰਟ ਜਹਾਜ਼ਾਂ ਦਾ ਅੱਡਾ। ਅੱਛਾ, ਹਾਂ, ਹਵਾਈ ਜਹਾਜ਼ਾਂ ਦਾ ਅੱਡੇ ਦੇ ਉੱਪਰ ਜਦੋਂ ਅਸੀਂ ਉਡੀਕ ਕਰ ਰਹੇ ਸੀ ਜੀ। ਇਹਦਾ ਕੀ ਕਰੋ, ਤੁਸੀਂ ਬੜਾ ਕੁਝ ਕਹਿੰਦੇ ਹੋ। ਮੈਂ ਮਾਫੀ ਚਾਹਨੀ ਆ, ਅੱਗੇ ਤੋਂ ਖਿਆਲ ਰੱਖੂੰਗੀ। ਤੇ ਆਪਾਂ ਗਾਈਡਲਾਈਨਸ ਨਹੀਂ ਹੁੰਦਾ ਫਿਰ। ਹਾਂ, ਹਦਾਇਤਾਂ ਮੈਂ ਕਹਿ ਦਿੰਦਾ ਉਹਨਾਂ ਨਾਲ। ਹਦਾਇਤਾਂ ਕੇਂਦਰ ਸਰਕਾਰ ਨੇ ਗਾਈਡਲਾਈਨ ਜਿਹਨੂੰ ਕਿ ਹਦਾਇਤਾਂ ਕਹਿੰਦੇ ਜਾਰੀ ਕੀਤੀਆਂ ਜੀ।
ਬਿਲਕੁਲ ਕੀਤੀਆਂ। ਤੇ ਹਦਾਇਤਾਂ ਦੀ ਗੱਲ ਵੀ ਆਪਾਂ ਅੱਗੇ ਜੇ ਕਰ ਲਈਏ ਤਾਂ ਮੈਂ ਤਾਂ ਬੜੀ ਹੈਰਾਨ ਹੋਈ, ਕਹਿੰਦੇ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਹਦਾਇਤਾਂ ਮੰਨਦੇ ਹੀ ਨਹੀਂ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਗੱਲ ਕਹੀ ਹੈ, ਲੌਂਗੋਵਾਲ ਸਾਹਿਬ ਨੇ, ਕਹਿੰਦੇ ਵੀ ਜੋ ਕੇਂਦਰ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹਦੇ ਵਿੱਚ ਅਸੀਂ ਇਹ ਵੀ ਮੰਨ ਸਕਦੇ ਹਾਂ ਵੀ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਦੂਰੀ ਆ ਜਿਹੜੀ ਉਹ ਬਣਾ ਕੇ ਰੱਖਣੀ ਆ। ਅਸੀਂ ਸੈਨੀਟਾਈਜੇਸ਼ਨ ਦਾ ਵੀ ਪ੍ਰਬੰਧ ਕਰ ਸਕਦੇ ਹਾਂ, ਪਰ ਅਸੀਂ ਮਾਸਕਾਂ ਵਾਲੀ ਗੱਲ ਦੇ ਉੱਤੇ ਅਮਲ ਨਹੀਂ ਕਰ ਸਕਦੇ। ਅਸੀਂ ਤਾਂ ਲੰਗਰ ਇੱਥੇ ਚਲਾਵਾਂਗੇ, ਅਸੀਂ ਤਾਂ ਕੜਾਹ ਪ੍ਰਸ਼ਾਦ ਇੱਥੇ ਵੰਡਾਂਗੇ। ਕੇਂਦਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਭਾਰਤ ਦੀਆਂ ਸਾਰੀਆਂ ਹੀ ਧਾਰਮਿਕ ਥਾਵਾਂ, ਭਾਵੇਂ ਉਹ ਮੰਦਿਰ ਆ, ਭਾਵੇਂ ਉਹ ਮਸਜਿਦ ਆ, ਭਾਵੇਂ ਉਹ ਗਿਰਜਾ ਘਰ ਆ, ਭਾਵੇਂ ਉਹ ਕੋਈ ਡੇਰਾ, ਭਾਵੇਂ ਕੋਈ ਹੋਰ ਧਾਰਮਿਕ ਸਥਾਨ ਆ, ਉਹਨਾਂ ਸਾਰੀਆਂ ਦੇ ਲਈ ਇਹ ਹਦਾਇਤਾਂ ਹੈਗੀਆਂ ਵੀ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰਨਾ ਵੀ ਕੜਾਹ ਪ੍ਰਸ਼ਾਦ ਦੇਗ ਆ ਜਿਹੜਾ ਉਹ ਨਹੀਂ ਵਰਤਾਉਣੀ। ਤੁਸੀਂ ਉੱਥੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਨੀ ਜਿਹਦੇ ਕਰਕੇ ਸਮੱਸਿਆ ਪੈਦਾ ਹੋਵੇ। ਤੁਸੀਂ ਲੰਗਰ ਨਹੀਂ ਵਰਤਾਉਣਾ। ਤੁਸੀਂ ਲੋਕਾਂ ਨੂੰ ਇਹ ਗੱਲ ਕਹਿਣੀ ਹੈ ਵੀ ਮੱਥਾ ਟੇਕ ਕੇ ਨਾਲ ਦੀ ਨਾਲ ਬਾਹਰ ਚਲੇ ਜਾਓ। ਪਰ ਲੌਂਗੋਵਾਲ ਸਾਹਿਬ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਤਾਂ ਨਹੀਂ ਇਹ ਗੱਲ ਮੰਨਦੇ, ਕਿਉਂਕਿ ਇਹ ਸਿੱਖੀ ਦੇ ਵਿੱਚ ਸਾਡੀ ਪਰੰਪਰਾ ਦੇ ਵਿੱਚ ਅਨਿੱਖੜਵਾਂ ਅੰਗ ਆ ਕੜਾਹ ਪ੍ਰਸ਼ਾਦ। ਅਸੀਂ ਤਾਂ ਆਪਦੇ ਤਰੀਕੇ ਨਾਲ ਇਹ ਕੰਮ ਕਰਾਂਗੇ। ਮੈਨੂੰ ਇਹ ਲੱਗਦਾ ਵੀ ਆਸਥਾ ਤਾਂ ਚਲੋ ਆਪਣੇ ਪਾਸੇ ਹੈ ਹੀ ਸਹੀ, ਅਸੀਂ ਆਸਥਾ ਦੇ ਉੱਤੇ ਨਹੀਂ ਕੋਈ ਟਿੱਪਣੀ ਕਰਦੇ, ਪਰ ਬੰਦੇ ਦੀ ਜ਼ਿੰਦਗੀ ਨਾਲੋਂ ਤਾਂ ਕੁਝ ਵੀ ਨਹੀਂ ਚੰਗਾ। ਸੋ ਲੌਂਗੋਵਾਲ ਸਾਹਿਬ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ, ਇਸ ਗੱਲ ਨੂੰ ਰਾਜਨੀਤੀ ਦੀ ਪਾਣ ਨਹੀਂ ਚੜਾਉਣੀ ਚਾਹੀਦੀ। ਦੇਖੋ, ਮੈਨੂੰ ਇਹ ਲੱਗਦਾ ਟਾਣਾ ਸਾਹਿਬ ਕਿ ਲੰਗਰ ਤਾਂ ਚਲੋ ਫਿਰ ਵੀ ਇੱਕ ਪਾਸੇ ਹੈ, ਕਿਉਂਕਿ ਜਦੋਂ ਲੰਗਰ ਪੱਕਦਾ ਹੈ ਤਾਂ ਕੌਣ-ਕੌਣ ਉਹਦੇ ਵਿੱਚ ਸੇਵਾ ਕਰ ਜਾਂਦਾ ਆਪਾਂ ਨੂੰ ਨਹੀਂ ਪਤਾ ਹੁੰਦਾ। ਹਰ ਬੰਦਾ ਸੇਵਾ ਕਰਨ ਜਾਂਦਾ ਤੇ ਹੁਣ ਤੁਸੀਂ ਜਿਹੜੇ ਪ੍ਰਸ਼ਾਦੇ ਨੇ ਉਹ ਗਲਵਸ ਪਾ ਕੇ ਨਹੀਂ ਬਣਾ ਸਕਦੇ ਜਾਂ ਹੋਰ ਕੁਝ ਵੀ ਹੋ ਸਕਦਾ, ਚਲੋ ਉਹ ਇੱਕ ਬੰਨੇ ਦੀ ਗੱਲ ਰਹਿ ਗਈ ਹੈ ਨਾ। ਪਰ ਜੇਕਰ ਪ੍ਰਸ਼ਾਦ ਦੀ ਆਪਾਂ ਗੱਲ ਕਰੀਏ, ਚਲੋ ਤਾਂ ਫਿਰ ਵੀ ਬੰਦਾ ਗਲਵਸ ਚੜਾ ਕੇ ਮੂੰਹ ਤੇ ਮਾਸਕ ਪਾ ਕੇ ਤੇ ਫਿਰ ਪ੍ਰਸ਼ਾਦ ਵਰਤਾਇਆ ਜਾ ਸਕਦਾ, ਬਣਾਇਆ ਜਾ ਸਕਦਾ ਹੈ। ਪਰ ਉਹ ਗੱਲ ਤੁਹਾਡੀ ਸਹੀ ਹੈ ਕਿ ਹਰੇਕ ਚੀਜ਼ ਨੂੰ ਆਪਾਂ ਰਾਜਨੀਤੀ ਨਾਲ ਜੋੜ ਕੇ ਨਹੀਂ ਦੇਖ ਸਕਦੇ। ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਫਿਲਹਾਲ ਦੇ ਲਈ ਜੋ ਸਾਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਉਹ ਸਾਰਿਆਂ ਨੂੰ ਪਾਲਣ ਕਰਨਾ ਚਾਹੀਦਾ। ਤੇ ਮੇਰੀ ਤਾਂ ਲੋਕਾਂ ਨੂੰ ਵੀ ਬੇਨਤੀ ਹਰਮਨ ਜੀ ਵੀ ਜਦੋਂ ਆਪਾਂ ਹੁਣ 2-2.5 ਮਹੀਨੇ ਵੱਖ-ਵੱਖ ਧਾਰਮਿਕ ਥਾਵਾਂ ਤੇ ਨਹੀਂ ਗਏ ਤੇ ਜੇ ਕਿਤੇ 15-20 ਦਿਨ ਨਾ ਜਾਵਾਂਗੇ ਤਾਂ ਕਿਹੜਾ ਭੁਚਾਲ ਆਉਣ ਲੱਗਾ। ਜੇ ਆਪਾਂ ਕਹਿੰਦੇ ਵੀ ਰੱਬ ਸਾਡੇ ਅੰਦਰ ਵਸਦਾ, ਫਿਰ ਅੰਦਰਲੇ ਨੂੰ ਸੰਭਾਲ ਲਈਏ। ਅਸੀਂ ਬਾਹਰ ਜਾ ਕੇ ਜ਼ੋਖਮ ਕਿਹੜੀ ਗੱਲੋਂ ਮੁੱਲ ਲੈਣਾ। ਸੋ ਗੱਲਾਂ ਬਹੁਤ ਸਾਰੀਆਂ ਸਮਝਣ ਯੋਗ ਆ, ਪਰ ਕਈ ਲੋਕ ਕਹਿ ਦਿੰਦੇ ਆ ਵੀ ਭਾਈ ਸਾਡੀ ਭਾਵਨਾ ਭੜਕ ਗਈ। ਅਸਲ ਦੇ ਵਿੱਚ ਆਦਤਾਂ ਬਦਲਣ ਦੀ ਲੋੜ ਆ, ਆਦਤਾਂ ਨਵੀਆਂ ਪਾਉਣ ਦੀ ਜ਼ਰੂਰਤ ਹੈ। ਤੇ ਆਦਤ ਤੋਂ ਮੈਨੂੰ ਗੱਲ ਚੇਤੇ ਆ ਗਈ, ਜਦੋਂ ਆਪਾਂ ਪਿਛਲੇ ਦਿਨੀ ਗਏ ਸੀ ਕਿਸੇ ਦੇ ਘਰ, ਉਸ ਸਾਥੀ ਨੇ ਸਾਨੂੰ ਇਹ ਗੱਲ ਦੱਸੀ ਵੀ ਜਿਹੜਾ ਉਹ ਸਾਹਮਣੇ ਘਰ ਆ ਸਾਡੇ ਗਵਾਂਢੀ ਦਾ, ਇੱਕ ਗੋਰੇ ਦਾ ਘਰ ਆ। ਗੋਰੇ ਦੇ 3 ਨਿਆਣੇ ਆ। ਉਹ ਜਿਹੜਾ ਗੋਰਾ ਉਹ ਆਪਦੇ ਨਿਆਣਿਆਂ ਨੂੰ ਲਿਫਾਫਿਆਂ ਦੇ ਵਿੱਚ ਸਟ੍ਰਾਬੇਰੀ ਪਾ ਕੇ ਤੇ ਗਲੀ ਦੇ ਵਿੱਚ ਗੇਟ ਦੇ ਉੱਤੇ ਖੜਾ ਕਰ ਦਿੰਦਾ ਵੀ $1 ਦੇ ਲਿਫਾਫਾ ਲੈ ਜਾਂਦਾ, ਕੋਈ $2 ਦਾ, ਕੋਈ $5 ਦਾ, ਇਦਾਂ ਸਟ੍ਰਾਬੇਰੀ ਵੇਚਦੇ ਨਿਆਣੇ। ਤੇ ਉਹ ਗੋਰਾ ਸਿਰਫ ਇਹ ਕੋਸ਼ਿਸ਼ ਕਰ ਰਿਹਾ ਵੀ ਮੇਰੇ ਨਿਆਣਿਆਂ ਨੂੰ ਆਪਦੀ ਪਾਕਟ ਮਨੀ, ਆਪਦਾ ਜੇਬ ਖਰਚ ਆਪੇ ਬਣਾਉਣ ਦੀ ਆਦਤ ਪੈ ਜਾਏ। ਉਹਨੂੰ ਪੈਸੇ ਕਮਾਉਣੇ ਆਉਣ, ਉਹਨੂੰ ਪਤਾ ਲੱਗੇ ਪੈਸੇ ਦਾ ਮੁੱਲ ਕੀ ਆ, ਉਹਨੂੰ ਪਤਾ ਲੱਗੇ ਵੀ ਜੇਬ ਖਰਚ ਕਿਵੇਂ ਇਕੱਠਾ ਕੀਤਾ ਜਾਂਦਾ। ਹੋ ਸਕਦਾ ਉਹਦੀ ਜੇਬ ਦੇ ਵਿੱਚ, ਆਪਦੇ ਨਿਆਣੇ ਦੀ ਜੇਬ 'ਚ $100 ਪਾ ਸਕਦਾ ਹੋਵੇ, ਪਰ ਉਹ ਆਪਣੇ ਨਿਆਣਿਆਂ ਨੂੰ ਇਸ ਤਰੀਕੇ ਦੇ ਨਾਲ ਭਵਿੱਖ ਦੇ ਲਈ ਤਿਆਰ ਕਰ ਰਿਹਾ। ਆਪਾਂ ਵੀ ਇਹੋ ਜਿਹੀ ਤਿਆਰੀ ਕਰੀਏ, ਆਪਣੇ ਆਪ ਵੀ ਤਿਆਰ ਹੋਈਏ ਵੀ ਅਸੀਂ ਹਰ ਥਾਂ ਦੇ ਵਿੱਚ ਪੰਗੇ 'ਚ ਨਹੀਂ ਪੈਣਾਗਾ, ਪਰ ਜਿੱਥੇ ਅਸੀਂ ਆਪ ਕੰਮ ਕਰ ਸਕਦੇ ਹਾਂ ਉੱਥੇ ਕਰੀਏ। ਮੇਰੇ ਬਹੁਤ ਸਾਰੇ ਜਾਣਕਾਰ ਇਹੋ ਜਿਹੇ ਆ ਜਿਹੜੇ ਕਹਿ ਦਿੰਦੇ ਵੀ ਅਸੀਂ ਪੰਜਾਬ 'ਚ ਨਹੀਂ 3000 ਵਾਲੀ ਨੌਕਰੀ ਕਰਨੀ, ਜਦੋਂ ਕਰਾਂਗੇ ਕੈਨੇਡਾ ਜਾ ਕੇ ਕਰਾਂਗੇ। ਵੀ ਜੇਕਰ ਅਸੀਂ ਪੰਜਾਬ 'ਚ ਕੁਝ ਨਹੀਂ ਕੀਤਾ ਫਿਰ ਕੈਨੇਡਾ 'ਚ ਕਿਵੇਂ ਕਰ ਲਾਂਗੇ? ਕੰਮ ਦੀ ਆਦਤ ਤਾਂ ਸਾਨੂੰ ਪੰਜਾਬ 'ਚ ਹੀ ਪਾਉਣੀ ਪਊਗੀ। ਸੋ ਸੋਚ ਕੇ ਸਮਝ ਕੇ ਵਿਚਾਰ ਕੇ ਜੀ। ਹਰਮਨ ਜੀ, ਪਿਛਲੇ ਦਿਨੀ ਵੀ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਬੱਚਾ ਵੇਚਣ ਦੇ ਮੁਤਲਕ, ਤੇ ਅੱਜ ਉਸ ਖਬਰ ਦੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਆ ਜੀ। ਇਹ ਉਹੀ ਖਬਰ ਹੈ ਜਿਹਦੇ ਵਿੱਚ ਨਸ਼ੇੜੀ ਕਹਿ ਲੋ ਘਰ ਵਾਲਾ ਸੀ ਤੇ ਬੱਚਾ ਜਿਹੜਾ ਉਹ ਵੇਚ ਦਿੱਤਾ ਗਿਆ ਸੀ, ਪਰ ਪੂਰੇ ਪੈਸੇ ਨਹੀਂ ਮਿਲਣ ਦਾ ਕਰਕੇ ਰੌਲਾ ਪੈ ਗਿਆ। ਬਿਲਕੁਲ ਜੀ, 50,000 ਰੁਪਏ ਦੇ ਵਿੱਚ ਬੱਚਾ ਵੇਚਿਆ ਸੀਗਾ। ਕਹਿੰਦੇ ਵੀ ਘਰ ਦੇ ਵਿੱਚ ਲੋੜਾਂ ਬਹੁਤ ਆ, ਗੁਰਬਤ ਬਹੁਤ ਆ, ਤੇ ਇਸ ਕਰਕੇ ਲੋੜਾਂ ਦੀ ਪੂਰਤੀ ਦੇ ਲਈ ਉਹਨਾਂ ਲੋਕਾਂ ਨੂੰ ਵੇਚਿਆ ਗਿਆ ਸੀ ਜਿਨ੍ਹਾਂ ਦੇ 14 ਸਾਲ ਤੋਂ ਕੋਈ ਬੱਚਾ ਨਹੀਂ ਹੋਇਆ ਜੀ। ਬਿਲਕੁਲ ਇਹ ਖਬਰ ਆਈ ਸੀ ਕਿ ਮਾਛੀਵਾੜੇ ਤੋਂ ਨਵੇਂ ਸ਼ਹਿਰ ਵੱਲ ਦਾ ਕਹਿੰਦੇ ਆ ਵੀ ਉਹ ਜੋੜਾ ਜਿਹਨੂੰ ਇਹ ਨਿਆਣਾ ਵੇਚਿਆ ਸੀਗਾ। ਉਸ ਤੋਂ ਬਾਅਦ ਹੁਣ ਇਹ ਨਾ ਮਾਮਲਾ ਰੇੜਕੇ ਦੇ ਵਿੱਚ ਪੈ ਗਿਆ। ਰੇੜਕੇ 'ਚ ਕਿਵੇਂ ਪੈ ਗਿਆ? ਕਿਉਂਕਿ ਮਾਂ ਜਿਹੜੀ ਉਹਦੀ ਮਮਤਾ ਫਿਰ ਉਛਾਲਾ ਮਾਰ ਗਈ। ਉਹ ਮਮਤਾ ਫਿਰ ਉੱਠੀ ਆ। ਉਹ ਕਹਿੰਦੀ ਵੀ ਮੈਨੂੰ ਤਾਂ ਮੇਰਾ ਬੱਚਾ ਵਾਪਸ ਚਾਹੀਦਾ। ਹੁਣ 3-4 ਮਹੀਨਿਆਂ ਦੇ ਵਿੱਚ ਜਿਹੜੀ ਨਵੀਂ ਬਣੀ ਮਾਂ ਉਹਦਾ ਵੀ ਬੱਚੇ ਨਾਲ ਮੋਹ ਪੈ ਗਿਆ। ਇਹ ਕਹਿੰਦੀ ਮੈਂ ਹੁਣ ਬੱਚਾ ਵਾਪਸ ਲੈਣਾ, ਉਹ ਕਹਿੰਦੀ ਮੈਂ ਬੱਚਾ ਵਾਪਸ ਨਹੀਂ ਦੇਣਾ। ਤੇ ਹੁਣ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲੇ ਮਾਮਲਾ ਚਲਾ ਗਿਆ। ਜਿਹੜੀਆਂ 2 ਔਰਤਾਂ ਨੇ ਵਿਚੋਲੜਾ ਬਣ ਕੇ ਇਸ ਬੱਚੇ ਦੀ ਏਦਾਂ ਕਹਿ ਦਈਏ ਵੀ ਅਦਲਾ ਬਦਲੀ ਕਰਵਾਈ ਸੀ, ਗੋਦ ਦਵਾਇਆ ਸੀ ਜਾਂ ਕਿਵੇਂ ਵੀ ਕੀਤਾ ਸੀਗਾ। ਹੁਣ ਉਹਨਾਂ ਔਰਤਾਂ ਨੂੰ ਸੱਦਿਆ ਜਾਂਦਾ ਤੇ ਉਹ ਔਰਤਾਂ ਉੱਥੇ ਪਹੁੰਚਣੀਆਂ ਨਹੀਂ ਤੇ ਮਾਮਲਾ ਇੱਥੇ ਨਾ ਇਹ ਲਟਕੀ ਜਾਂਦਾ ਤੇ ਪਤਾ ਨਹੀਂ ਆਉਂਦੇ ਦਿਨਾਂ ਦੇ ਵਿੱਚ ਕੀ ਬਣਨਾ। ਤੁਸੀਂ ਵੈਸੇ ਇਸ ਮਾਮਲੇ ਬਾਰੇ ਕੀ ਸੋਚਦੇ ਹੋ? ਦੇਖੋ, ਮੈਂ ਤਾਂ ਇਹ ਗੱਲ ਸੋਚਦਾ
ਬਈ ਬੱਚਾ ਮੁੱਲ ਵੇਚਣਾ ਨਹੀਂ ਚਾਹੀਦਾ। ਜੀ ਬੱਚਾ ਗੋਦ ਦੇਣ ਦੀ ਇੱਕ ਪ੍ਰਕਿਰਿਆ, ਕਾਨੂੰਨੀ ਪ੍ਰਕਿਰਿਆ ਹੈਗੀ ਜੀ, ਉਹਦੇ ਤਹਿਤ ਹੋਣਾ ਉਸ ਚਾਹੀਦਾ। ਪ੍ਰਕਿਰਿਆ ਦਾ ਸਹੀ ਤਰੀਕੇ ਨਾਲ ਪਾਲਣ ਕਰਨਾ ਚਾਹੀਦਾ। ਜੋ ਵੀ ਨਿਯਮ ਤੇ ਸ਼ਰਤਾਂ ਹੈਗੀਆਂ ਉਹਨਾਂ ਸ਼ਰਤਾਂ ਦਾ ਨਿਯਮਾਂ ਦਾ ਪਾਲਣ ਕਰਕੇ ਤੁਸੀਂ ਬੱਚਾ ਲੈ ਸਕਦੇ ਹੋ ਗੋਦ। ਤੇ ਜਿਨ੍ਹਾਂ ਨੇ ਬੱਚਾ ਦੇਣਾ ਉਹ ਵੀ ਇਉਂ ਨਹੀਂ ਵੀ ਭਾਈ ਬੱਚਾ ਕੋਈ ਕੱਟਾ ਬੱਚਾ ਥੋੜੀ ਆ ਜਿਹਨੂੰ ਮਰਜ਼ੀ ਉਹਦਾ ਸੰਗਲ ਫੜਾ ਦੋ ਵੀ ਅੱਜ ਮੈਂ ਇਹਨੂੰ ਦਿੱਤਾ ਫਿਰ ਮੈਂ ਉਹਨੂੰ ਦਿੱਤਾ। ਹੁਣ ਜੇ ਤੇਰੀ ਭਾਈ ਮਮਤਾ ਉੱਠੀ ਆ ਤਾਂ ਤੈਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਵੀ ਇਹ ਤੇਰੇ ਢਿੱਡੋਂ ਜਾਇਆ। ਬਿਲਕੁਲ। ਉਦੋਂ ਆਪਣੀ ਮਮਤਾ ਜਿਹੜੀ ਉਹ 50,000 ਰੁਪਏ ਦੇ ਥੱਲੇ ਦਬ ਗਈ ਤੇ ਅੱਜ ਆਪਣੀ ਮਮਤਾ ਤਾਂ ਨੂੰ ਆ ਗਈ। ਇਦਾਂ ਚਾਹੀਦਾ ਨਹੀਂਗਾ। ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ। ਦੇਖੋ ਟਾਣਾ ਸਾਹਿਬ, ਅਸੀਂ ਤਾਂ ਇਹ ਚਾਹੁੰਦੇ ਆ ਵੀ ਹਰੇਕ ਕਹਿ ਲੋ ਵੀ ਘਰ ਦੇ ਵਿੱਚ ਬੱਚੇ ਦੀਆਂ ਕਲਕਾਰੀਆਂ ਜ਼ਰੂਰ ਗੂੰਜਣ, ਹਨਾ। ਇਹ ਫੈਸਲੇ ਜਿਹੜੇ ਨੇ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਲਏ ਜਾਣ ਵਾਲੇ ਹੁੰਦੇ ਆ। ਵੀ ਪਹਿਲਾਂ ਤਾਂ ਪੈਸਿਆਂ ਦੀ ਖਾਤਰ ਤੁਹਾਡੇ ਲਈ ਬੱਚਾ ਵੀ ਇੱਕ ਛੋਟੀ ਜਿਹੀ ਚੀਜ਼ ਸੀ, ਵੀ ਤੁਸੀਂ ਉਸ ਬੱਚੇ ਨੂੰ ਵੇਚ ਦਿੱਤਾ, ਹਨਾ। ਹੁਣ ਇੱਕਦਮ ਤੁਸੀਂ ਕਹਿੰਦੇ ਹੋ ਵੀ ਮਮਤਾ ਮੇਰੇ ਅੰਦਰ ਜਾ ਗਈ, ਮੈਨੂੰ ਤਾਂ ਨਿਆਣਾ ਵਾਪਸ ਚਾਹੀਦਾ। ਇਹ ਕਿਤੋਂ ਦਾ ਵੀ ਕਹਿ ਲੋ ਵੀ ਵਾਜਬ ਗੱਲ ਨਹੀਂ ਹੈਗੀ, ਕਿਉਂਕਿ ਜਿਹੜੀ ਔਰਤ ਦੇ ਕੋਲ ਬੱਚਾ ਗਿਆ ਉਹਦੇ ਕੋਲ ਕੋਈ ਔਲਾਦ ਨਹੀਂ ਸੀ, ਇਸ ਕਰਕੇ ਉਸ ਬੱਚੇ ਨੂੰ ਲਿਆ, ਹਨਾ। ਤੇ ਉਹਦਾ ਤਾਂ ਮੋਹ ਪਿਆਰ ਪੈਣਾ ਹੀ ਸੀ ਉਸ ਬੱਚੇ ਦੇ ਨਾਲ। ਸੋ ਮੈਨੂੰ ਲੱਗਦਾ ਵੀ ਹੁਣ ਉਸ ਬੀਬੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਮੇਰੀ ਮਮਤਾ ਹੁਣ ਤੇ ਮੈਨੂੰ ਬੱਚਾ ਵਾਪਸ ਦੇ ਦਿਓ। ਜਦੋਂ ਪੈਸੇ ਸਾਹਮਣੇ ਸੀ ਉਦੋਂ ਮਮਤਾ ਨਹੀਂ ਸੀ, ਉਦੋਂ ਮਮਤਾ ਕਿੱਥੇ ਗਈ ਸੀ, ਹਨਾ। ਸੋ ਪਤਾ ਨਹੀਂ ਸਾਡੇ ਲੋਕ ਕਿਉਂ ਇਹੋ ਜਿਹੇ ਫੈਸਲੇ ਲੈਂਦੇ ਨੇ ਜਾਂ ਕਿਉਂ ਇਦਾਂ ਦੇ ਕੰਮ ਕਰਦੇ ਨੇ। ਕਾਨੂੰਨੀ ਪ੍ਰਕਿਰਿਆ ਦੇ ਤਹਿਤ ਜ਼ਰੂਰ ਸਾਰਾ ਕੁਝ ਹੋਣਾ ਚਾਹੀਦਾ। ਸਾਡੇ ਨਾ ਬਹੁਤੇ ਲੋਕ ਆ ਜਿਹੜੇ ਉਹ ਥਾਲੀ ਦੇ ਵਿੱਚ ਪਏ ਪਾਣੀ ਵਰਗੇ ਆ ਜੀ। ਉਹ ਕਦੇ ਐਂ ਨੂੰ ਹੋ ਜਾਂਦੇ, ਕਦੇ ਇਉਂ ਨੂੰ ਹੋ ਜਾਂਦੇ ਆ। ਆਪਣੇ ਵਿਚਾਰ ਇੱਕ ਥਾਂ ਦੇ ਉੱਤੇ ਸਥਿਰ ਨਹੀਂ ਰਹਿੰਦੇ। ਜੀ ਬਿਲਕੁਲ। ਤੁਸੀਂ ਵੈਸੇ ਵੀ ਕਿਸੇ ਨੂੰ ਪੁੱਛ ਕੇ ਦੇਖੋ ਵੀ ਤੈਨੂੰ ਲੱਗਦਾ ਵੀ ਕੱਲ ਨੂੰ ਮੀਂਹ ਪਊ, ਕਹੂਗਾ ਜਾਂ ਤਾਂ ਧੁੱਪ ਨਿਕਲੂ ਜਾਂ ਮੀਂਹ ਪਊ, ਵੀ ਪਤਾ ਹੀ ਹੈ ਦੋਵਾਂ ਚ ਇੱਕ ਚੀਜ਼ ਹੋਊ। ਜਾਂ ਤਾਂ ਇਤਕੀ ਝਾੜ ਬਹੁਤ ਨਿਕਲੂ ਤੇ ਜਾਂ ਫਿਰ ਨਹੀਂ, ਤੇ ਪਤਾ ਹੀ ਹੈ ਵੀ ਦੋਵਾਂ ਦੇ ਵਿੱਚੋਂ ਇੱਕ ਗੱਲ ਹੋਊਗੀ। ਜਾਂ ਫਿਰ ਇਤਕੀ ਅਕਾਲੀਆਂ ਦੀ ਸਰਕਾਰ ਹੋਊ ਜਾਂ ਕਾਂਗਰਸ ਦੀ ਆਊ, ਪਤਾ ਹੀ ਹੈ ਵੀ ਦੋਵਾਂ ਦੇ ਵਿੱਚੋਂ ਇੱਕ ਦੀ ਆਊ। ਵੀ ਤੁਸੀਂ ਦੱਸੋ ਵੀ ਤੁਹਾਡੀ ਰਾਏ ਕੀ ਹੈ। ਮੈਂ ਨਾ ਕਈ ਵਾਰ ਹੈਰਾਨ ਹੁੰਨਾ ਵੀ ਬੰਦਾ ਕਹਿੰਦਾ ਵੀ ਨਹੀਂ ਨਹੀਂ ਐਂ ਹੋਊਗਾ ਐਂ ਹੋਊਗਾ ਐਂ ਹੋਊਗਾ, ਪਰ ਜੇ ਉਹਨਾਂ ਨੂੰ ਇੱਕ ਗੱਲ ਕਹਿ ਦਈਏ ਟੁਣਕਾ ਕੇ ਵੀ ਇਉਂ ਨਹੀਂ, ਇਹਦੇ ਪਿੱਛੇ ਆ, ਕਹਿਣਗੇ ਹਾਂ ਗੱਲ ਤਾਂ ਤੇਰੀ ਸਹੀ ਆ। ਵੀ ਜਿਹੜਾ ਤੁਸੀਂ ਘੰਟਾ ਹੋ ਗਿਆ ਬੋਲੀ ਜਾਂਦੇ ਨੂੰ ਫਿਰ ਉਹਦੀ ਕਦਰ ਕਰੋ। ਬਿਲਕੁਲ ਸਹੀ, ਪਰ ਕੌਣ ਸਮਝਾਵੇ ਟਾਣਾ ਸਾਹਿਬ, ਲੋਕਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ। ਤੇ ਬਾਕੀ ਹੁਣ ਆਪਾਂ ਅਗਲੀ ਖਬਰ ਵੱਲ ਨੂੰ ਵਧੀਏ। ਬਿਲਕੁਲ ਨਿਸ਼ਚਿੰਤ ਹੋ ਜਾਓ, ਬਿਲਕੁਲ ਬੇਫਿਕਰ ਹੋ ਜਾਓ। ਤੇ ਮੈਂ ਬੇਫਿਕਰ ਹਾਂ, ਮੈਨੂੰ ਕਿਹੜਾ ਫਿਕਰ। ਬਿਲਕੁਲ ਘਬਰਾਉਣ ਦੀ ਲੋੜ ਨਹੀਂ ਟਾਣਾ ਸਾਹਿਬ। ਮੈਂ ਬਿਲਕੁਲ ਨਹੀਂ ਘਬਰਾਉਂਦਾ, ਜੋ ਮਰਜ਼ੀ ਕਹਿ ਲਓ। ਡਰਨਾ ਨਹੀਂ ਤੁਸੀਂ ਹੁਣ। ਕਿਤੋਂ? ਟਰੰਪ ਸਾਹਿਬ ਨੇ ਕਿਹਾ। ਅੱਛਾ, ਟਰੰਪ ਸਾਹਿਬ ਨੇ ਕਿਹਾ ਵੀ ਟਾਣੇ ਨੂੰ ਡਰਨ ਦੀ ਲੋੜ ਨਹੀਂ। ਨਹੀਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ। ਅੱਛਾ, ਤੁਸੀਂ ਮੈਨੂੰ ਕਦੋਂ ਕਹੀ ਜਾਂਦੇ ਹੋ? ਟਾਣਾ ਸਾਹਿਬ ਨੂੰ ਪਰਸਨਲੀ ਨਹੀਂ ਜਾਣਦੇ। ਅੱਛਾ, ਉਹ ਗੱਲ ਵੱਖਰੀ ਵੀ ਉਹ ਟੀ ਤੋਂ ਟਰੰਪ ਤੇ ਤੁਸੀਂ ਟੀ ਤੋਂ ਟਾਣਾ ਹੋ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਨਿੱਜੀ ਤੌਰ ਤੇ ਜਾਣਦੇ ਨੇ। ਉਹ ਟੀ ਤੋਂ ਡੋਨਲਡ ਟਰੰਪ ਤੇ ਮੈਂ ਇਸ ਤੋਂ ਸਵਰਨ। ਹਾਂ, ਉਹ ਅਲੱਗ ਹੋ ਗਿਆ ਨਾ, ਉਹ ਗੱਲ ਮਿਲਦੀ ਨਹੀਂ ਆਪਸ ਦੇ ਵਿੱਚ। ਪਰ ਗੱਲ ਇਹ ਹੈ ਉਹਨਾਂ ਨੇ ਟਾਣਾ ਸਾਹਿਬ ਨੇ ਨਹੀਂ, ਟਰੰਪ ਸਾਹਿਬ ਨੇ ਹਿੱਲ ਗਏ। ਮੈਂ ਤਾਂ ਟਾਣੇ ਤੇ ਟਰੰਪ ਜੀ ਕਨਫਿਊਜ਼ ਹੋ ਗਈ ਆਂ ਤੇ ਚਿੱਤੀ ਚ ਪੈ ਗਈ ਆਂ। ਪਰ ਨਹੀਂ, ਟਰੰਪ ਸਾਹਿਬ ਨੇ ਕਿਹਾ ਵੀ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ, ਅਮਰੀਕਾ ਨੇ ਟੀਕਾ ਤਿਆਰ ਕਰ ਲਿਆ। ਟੀਕਾ ਤਿਆਰ ਕਰ ਲਿਆ ਜੀ। ਇਹ ਟੀਕਾ ਉਹ ਤਾਂ ਨਹੀਂ ਵੀ ਜਿਹੜਾ ਕਹਿੰਦੇ ਸੀ ਵੀ ਸੈਨੀਟਾਈਜ਼ਰ ਦਾ ਲਾ ਦਿਓ ਤੇ ਤੁਹਾਡਾ ਕਰੋਨਾ ਮੁੱਕ ਜਾਣਾ। ਜੇ ਹੱਥਾਂ ਵਾਲੇ ਕੀਟਾਣੂ ਮਰ ਸਕਦੇ, ਢਿੱਡ ਵਾਲੇ ਕਿਉਂ ਨਹੀਂ ਮਰਦੇ? ਨਹੀਂ, ਉਹਦੀ ਜਿਹੜੀ ਕਹਿ ਲੋ ਵੀ ਉਸ ਬਿਆਨ ਤੋਂ ਬਾਅਦ ਜੋ ਕੁਝ ਅਮਰੀਕਾ ਦੇ ਵਿੱਚ ਹੋਇਆ ਉਹ ਸਾਰਿਆਂ ਦੇ ਸਾਹਮਣੇ ਆਇਆ ਤੇ ਬਾਅਦ ਚੋਂ ਕਹਿੰਦੇ ਸੀ ਮੈਂ ਤਾਂ ਬਸ ਹੱਸਦਾ ਸੀ, ਮਜ਼ਾਕ ਕਰਦਾ ਸੀ। ਉਹ ਨਹੀਂ, ਹੁਣ ਸੱਚੀ ਕਹਿੰਦੇ ਕਰੋਨਾ ਦੇ ਨਾਲ ਲੜਨ ਦੇ ਲਈ, ਕਰੋਨਾ ਦਾ ਖਾਤਮਾ ਕਰਨ ਦੇ ਲਈ ਟੀਕਾ ਤਿਆਰ ਕਰ ਲਿਆ। ਇਹਨਾਂ ਦੇ ਉੱਤੇ ਭਰੋਸਾ ਕਿਵੇਂ ਕਰਗੇ? ਕਹਿੰਦੇ ਫਿਰ ਚੌਥੇ ਦਿਨ ਕਹਿ ਰਹੇ ਮੈਂ ਤਾਂ ਮਜ਼ਾਕ ਕਰਦਾ ਸੀ। ਕਹਿੰਦੇ 20 ਲੱਖ ਟੀਕੇ ਬਣ ਗਏ ਨੇ, ਬਸ ਹੁਣ ਉਹਦਾ ਪਰੀਖਣ ਕਰਨਾ ਬਾਕੀ ਹੈ। ਨਹੀਂ, 20 ਲੱਖ ਬਣਾ ਕੇ ਪਰੀਖਣ ਕਰਨਾ ਸੀ ਆਪਾਂ। 20 ਲੱਖ ਟੀਕੇ ਲੋਕਾਂ ਦੇ ਲਾ ਕੇ ਜਾਂ ਉਹਦਾ ਪਰੀਖਣ ਕਰਕੇ ਆਪਾਂ ਬਾਕੀ ਫਿਰ ਬਣਾਵਾਂਗੇ। ਪਹਿਲਾਂ 10-20 ਬਣਾ ਕੇ ਨਹੀਂ ਸਰਦਾ ਸੀ, 100 ਬਣਾ ਲੈਂਦੇ। ਟਾਣਾ ਸਾਹਿਬ, ਹਾਂਜੀ, ਅਮਰੀਕਾ ਦਾ ਰਾਸ਼ਟਰਪਤੀ ਕੌਣ? ਟਰੰਪ ਸਾਹਿਬ। ਹਾਂ, ਤੇ ਉਹਨਾਂ ਨੂੰ ਫੈਸਲੇ ਲੈਣ ਦੋ ਨਾ। ਨਹੀਂ, ਵੈਸੇ ਮੈਂ ਗੱਲ ਕਰਦਾ ਵੀ ਜੇਕਰ ਤੁਸੀਂ ਕੋਈ ਚੀਜ਼ ਦਾ ਤਜਰਬਾ ਕਰਨਾ ਹੋਵੇ ਤਾਂ 20 ਲੱਖ ਬਣਾ ਕੇ ਫਿਰ ਤਜਰਬਾ ਕਰਨਾ। ਬਿਲਕੁਲ, ਮੈਂ ਤਾਂ ਬੜੀ ਹੈਰਾਨ ਸੀ ਵੀ ਤੁਸੀਂ ਦੇਖੋ ਕਿੰਨਾ ਪੈਸਾ, ਕਿੰਨੇ ਡਾਲਰ ਜਿਹੜੇ ਨੇ ਉਹ ਇਦਾਂ ਹੀ ਖਰਾਬ ਕੀਤੇ ਹੋਣਗੇ। ਵੀ ਤੁਸੀਂ ਕੋਈ 100 ਟੀਕਾ ਬਣਾ ਲਓ, ਬਹੁਤੀ ਗੱਲ ਆ। 500 ਬਣਾ ਲਓ, ਚਲੋ 500 ਬਣਾ ਲਓ, ਬਹੁਤੀ ਹੱਦ ਆ। ਤਾਂ ਤੁਸੀਂ ਚਲੋ ਮੈਂ ਤੁਹਾਨੂੰ ਆਗਿਆ ਦਿੱਤੀ 600 ਬਣਾ ਲਓ। ਆਪਾਂ ਆਗਿਆ ਦੇਣ ਵਾਲੇ ਕੌਣ? ਵੈਸੇ ਗੱਲ ਕਰਦਾ। ਸਾਹਿਬ ਠੀਕ ਹੋ? ਮੈਂ ਠੀਕ ਆ। ਮੈਂ ਕਿਹਾ ਵੀ ਟੀ ਤੋਂ ਟਰੰਪ, ਟੀ ਤੋਂ ਟਹਿਣਾ, ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਹੁਣ ਟਰੰਪ ਸਾਹਿਬ ਨੂੰ ਸਲਾਹਾਂ ਦੇਾਂਗੇ। ਯਾਰ ਤੁਸੀਂ 700 ਬਣਾ ਲਓ। ਨਹੀਂ ਟਹਿਣਾ ਸਾਹਿਬ, ਉਹਨਾਂ ਨੇ ਸਲਾਹ ਮੰਗੀ ਨਹੀਂ। ਹਾਂ, ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਹੁਣ ਉਹ ਘਟ ਜਾਂਦੀ ਹੈ। ਮੈਂ ਇਹ ਗੱਲ ਸੁਣਾਉਣੀ ਸੀ, ਉਹਨਾਂ ਨੂੰ ਸਮਝ ਨਹੀਂ ਆਉਣੀ। ਤੁਸੀਂ ਅੰਗਰੇਜ਼ੀ ਚ ਦੱਸਿਓ। ਅੱਜ ਕੱਲ ਤੁਸੀਂ ਨਿਊਜ਼ੀਲੈਂਡ ਚ ਰਹਿ ਕੇ ਵਾਵਾ ਅੰਗਰੇਜ਼ੀ ਸਿੱਖ ਰਹੇ ਹੋ। ਯਾ ਆਈ ਨੋ। ਸੋ ਕਹਿੰਦੇ 20 ਲੱਖ ਟੀਕੇ ਬਣ ਗਏ ਤੇ ਅਸੀਂ ਹੁਣ ਪਰੀਖਣ ਕਰਨਾ ਹੈ ਤੇ ਫਿਰ ਦੱਸਾਂਗੇ ਵੀ ਪਰੀਖਣ ਸਫਲ ਹੁੰਦਾ ਜਾਂ ਨਹੀਂ ਹੁੰਦਾ। ਸੋ ਚਲੋ ਦੇਖਦੇ ਹਾਂ ਜੀ ਬਣਦਾ ਦੇਖੋ ਵੀ ਟੀਕਾ ਬਣੇ ਤੇ ਸਹੀ ਟੀਕਾ ਬਣੇ ਤੇ ਉਹਦਾ ਕੋਈ ਗਲਤ ਨਤੀਜਾ ਨਾ ਆਵੇ ਤੇ ਸਾਰੇ ਲੋਕ ਤੰਦਰੁਸਤ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਬਿਲਕੁਲ ਸਹੀ। ਪਰ ਟਰੰਪ ਸਾਹਿਬ ਦੇ ਉੱਤੇ ਨਾ ਭੋਰਾ ਭਰੋਸਾ ਕਰਨ ਨੂੰ ਜੀ ਨਹੀਂ ਕਰਦਾ।
ਉਹ ਨਾ ਕਦੇ ਕੁਛ ਕਹਿੰਦੇ ਆ, ਕਦੇ ਕੁਛ ਕਹਿੰਦੇ ਆ, ਉਹਨਾਂ ਦੇ ਉੱਤੇ ਯਕੀਨ ਹੈ ਹੀ ਨਹੀਂ। ਥਾਲੀ ਦੇ ਬੈਂਗਣ ਵਾਲੀ ਗੱਲ ਆ ਉਹਨਾਂ ਦੀ, ਜੀ ਜੀ ਕਦੇ ਐ ਨੂੰ ਹੋ ਜਾਂਦੇ, ਕਦੇ ਐ ਨੂੰ ਹੋ ਜਾਂਦੇ ਆ। ਜੀ ਕਦੇ ਕਹਿੰਦੇ ਨੇ ਮੈਂ ਕਲੋਲਾਂ ਕਰਦਾ, ਕਦੇ ਕਹਿੰਦੇ ਨੇ ਮੈਂ ਤਾਂ ਵੈਸੇ ਕਹਿਣਾ, ਕਦੇ ਕਹਿੰਦੇ ਨੇ ਮੀਡੀਆ ਨਹੀਂ ਚੰਗਾ, ਕਦੇ ਐ ਨਹੀਂ ਕਹਿੰਦੇ ਵੀ ਮੈਂ ਵੀ ਨਹੀਂ ਚੰਗਾ। ਦੇਖੋ ਗੱਲ ਇਹ ਆ ਟਾਣਾ ਸਾਹਿਬ ਵੀ ਆਪਾਂ ਸਿਆਣਿਆਂ ਤੋਂ ਕਹਾਵਤ ਨਹੀਂ ਸੁਣੀ, ਖਰਬੂਜਨ ਵੇਖ ਕੇ ਖਰਬੂਜਾ ਰੰਗ ਵਟਾ ਲੈਂਦਾ। ਤੇ ਉਹ ਵਟਾ ਗਏ। ਬਿਲਕੁਲ ਸਹੀ, ਉਹ ਵਟਾ ਗਏ ਹਾਂ। ਜੀ। ਤੇ ਟਾਣਾ ਸਾਹਿਬ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਾਂ, ਹਾਂ। ਆਪਾਂ ਇੱਕ ਦਿਨ ਸਵਾਲ ਪੁੱਛਿਆ ਸੀ ਸੰਦਲੀ ਨੈਣ ਕਿਹੜੇ ਹੁੰਦੇ ਨੇ? ਸੰਦਲੀ ਨੈਣ ਕਿਹੜੇ ਹੁੰਦੇ ਬੜੇ ਆ? ਜਵਾਬ ਆਏ ਕਿ ਨਾ ਸੈਂਡਲਵੁੱਡ ਤੋਂ ਸੰਦਲੀ ਹੋ ਗਿਆ, ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਕਿਉਂਕਿ ਸੈਂਡਲਵੁੱਡ ਅੰਗਰੇਜ਼ੀ 'ਚ ਹੁੰਦਾ ਹੈ, ਸੈਂਡਲ ਨੂੰ ਪੰਜਾਬੀ 'ਚ ਚੰਦਨ ਕਹਿੰਦੇ ਨੇ, ਜਾਂ ਹਿੰਦੀ 'ਚ ਕਹ ਲਓ ਚੰਦਨ ਕਹਿੰਦੇ ਨੇ, ਤੇ ਫਿਰ ਤਾਂ ਉਹ ਚੰਦਨੀ ਨੈਣ ਹੋਣੇ ਚਾਹੀਦੇ ਨੇ, ਉਹ ਸੰਦਲੀ ਨੈਣ ਨਹੀਂ ਹੁੰਦੇ ਹਨਾ। ਸੰਦਲੀ ਤਾਂ ਪੰਜਾਬੀ ਦਾ ਜਾਂ ਉਰਦੂ ਦਾ, ਬਿਲਕੁਲ ਇਹ ਕੋਈ ਹੋਰ ਸ਼ਬਦ ਹੋਊਗਾ, ਇਹਦਾ ਮਤਲਬ ਕੁਝ ਹੋਰ ਹੋਊਗਾ। ਸੈਂਡਲਵੁੱਡ ਤੋਂ ਮੈਨੂੰ ਕਈ ਸੱਜਣਾ ਨੇ ਇਹ ਗੱਲ ਭੇਜੀ ਲਿਖ ਕੇ ਵੀ ਜਿਹੜੇ ਨੈਣ ਬੜੇ ਮਸਤ ਕਰਨ ਵਾਲੇ ਹੋਣ, ਜਿਹੜੇ ਨੈਣਾਂ ਦੇ ਵਿੱਚ ਨਾ ਬਸ ਡੋਰੇ ਪੈਂਦੇ ਹੋਣ, ਜਿਹੜੇ ਨੈਣ ਆ ਨਾ ਬਸ ਇੱਕਦਮ ਜਾਨ ਕੱਢ ਲੈਂਦੇ ਹੋਣ, ਭੂਰੀਆਂ ਅੱਖਾਂ ਹੋਣ, ਬਿੱਲੀਆਂ ਅੱਖਾਂ, ਬਸ ਅੰਦਰ ਕਾਲਜੇ ਦੇ ਵਿੱਚ ਤੀਰ ਮਾਰਦੀਆਂ ਹੋਣ। ਅੱਛਾ ਜੀ। ਤੇ ਕਹਿੰਦੇ ਵੀ ਉਹਨਾਂ ਅੱਖਾਂ ਦੇ ਮੂਹਰੇ ਬੰਦੇ ਦੀ ਪੇਸ਼ ਨਾ ਚੱਲਦੀ ਹੋਵੇ, ਉਹ ਜਿਹੜੀਆਂ ਚਮਕੀਲੀਆਂ ਅੱਖਾਂ, ਜਿਹੜੀਆਂ ਨੀਲੀਆਂ ਅੱਖਾਂ, ਉਹ ਬਸ ਨਾ ਛੁਰੀਆਂ ਬੜ ਕੇ ਕਾਲਜੇ ਤੇ ਵੱਜਦੀਆਂ ਹੋਣ, ਤੇ ਕਹਿੰਦੇ ਵੀ ਉਹਨੂੰ ਸੰਦਲੀ ਨੈਣ ਕਹਿੰਦੇ ਆ। ਇੰਨੀ ਪ੍ਰਤੀਕਿਰਿਆ ਦਿੱਤੀ ਨਹੀਂ ਹੋਣੀ ਕਿਸੇ ਨੇ ਜਿੰਨੀ ਪੱਲਿਓ ਬਣਾਈਆਂ। ਤੇ ਤੁਸੀਂ ਦੱਸ ਦਿਓ, ਸੱਚ ਦੱਸ ਦਿਓ ਸਾਰਿਆਂ ਨੂੰ ਵੀ ਇਹ ਚੋਂ ਆਪ ਬਣਾਈਆਂ ਗੱਲਾਂ ਕਿੰਨੀਆਂ ਸੀ। ਨਹੀਂ ਵੱਖ-ਵੱਖ ਦਰਸ਼ਕਾਂ ਨੇ ਵੱਖੋ ਵੱਖਰੀ ਪ੍ਰਤੀਕਿਰਿਆ ਦਿੱਤੀ ਸੀ, ਮੈਂ ਇਕੱਠੀਆਂ ਕਰਤੀਆਂ। ਟਾਣਾ ਸਾਹਿਬ ਮੈਂ ਤਾਂ ਇੱਕ ਦੀ ਹੋਰ ਦੀ ਪ੍ਰਤੀਕਿਰਿਆ ਪੜ੍ਹੀ ਸੀ, ਉਹ ਕਹਿੰਦੇ ਟਾਣਾ ਸਾਹਿਬ ਤੁਸੀਂ ਆਪਣੇ ਨੈਣ ਵੇਖ ਲਿਓ। ਉਹ ਤੇਰਾ ਭਲਾ ਹੋ ਜੇ। ਉਹ ਸੰਦਲੀ ਨੈਣ। ਚੱਲੀਏ ਟਾਈਮ ਨਹੀਂ, ਚੱਲੀਏ ਗੱਲਾਂ ਹੋਰ ਖੁੱਲ ਜਾਣੀਆਂ ਨੇ, ਸੋ ਸਾਡੇ ਜਾਣ ਦਾ ਹੋ ਗਿਆ ਵੇਲਾ। ਪਰ ਸੈਂਡਲਵੁੱਡ ਵਾਲੀਆਂ ਸੰਦਲੀ ਅੱਖਾਂ ਮੇਰੇ ਖਿਆਲ ਨਾਲ ਨਹੀਂ ਹੁੰਦੀਆਂ। ਬਾਕੀ ਵੇਖਦੇ ਹਾਂ ਹੋਰ ਕੀ ਪ੍ਰਤੀਕਿਰਿਆ ਆਉਂਦੀ ਹੈ। ਪ੍ਰੋਗਰਾਮ ਸਮੇਟਦੇ ਹਾਂ ਜੀ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਓ। ਦੋਵਾਂ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।